ਇੱਥੋਂ ਲੰਘ ਨਹੀਂ ਹੁੰਦਾ ਭੈਣ ਮੇਰੇ ਕੇ, ਬੈਠਣਾ ਉਸ ਜਗ੍ਹਾ ਤੇ ਪੈਂਦਾ। ਇੱਥੋਂ ਲੰਘਦਾ ਹੁੰਦਾ ਸੀ, ਮੈਂ ਲੰਘ ਨਹੀਂ ਹੁੰਦਾ ਮੇਰੇ ਤੋਂ। ਮੈਂ ਨਿੱਤ ਲੰਘਦਾ ਸੀ, ਤਰੀਕ ਤੇ ਜਾਂਦਾ ਵੀ ਬਾਪੂ ਅੱਜ ਫੈਸਲਾ ਆਊਗਾ। ਘਰ ਦੇ ਮਤਲਬ ਜੇ ਮੈਂ ਰਿਸ਼ਤੇ ਦੀ ਗੱਲ ਕਰਾਂ, ਮੈਂ 6 ਸਾਲ ਤੋਂ ਕਿਸੇ ਦੇ ਟੱਚ 'ਚ ਨਹੀਂ ਆ। ਮੈਂ ਆਪਦਾ ਪਰਿਵਾਰ ਛੱਡਿਆ ਹੋਇਆ। ਮੈਂ 6 ਸਾਲ ਦਾ ਕਿਸੇ ਖੁਸ਼ੀ ਗਮੀ 'ਚ ਆਪਦੇ ਮਤਲਬ ਰਿਸ਼ਤੇਦਾਰਾਂ ਮਾਸੀਆਂ ਭੂਆ 'ਚ ਮੈਂ ਸ਼ਰੀਕ ਨਹੀਂ ਹੁੰਦਾ। 60 ਦਿਨ ਹੋ ਚੱਲਿਆ, 59 ਦਿਨ ਹੋ ਗਏ ਮੈਨੂੰ ਬੈਠੇ ਨੂੰ। ਤਾਂ ਮੈਂ ਰਾਤ ਨੂੰ ਜੇ ਸੈਰ ਕਰਦਾ ਹਾਂ ਨਾ, ਮੈਂ ਤਾਂ ਇੱਥੋਂ ਸੈਰ ਨਹੀਂ ਹੁੰਦੀ, ਮੈਂ ਇੱਧਰ ਇੱਧਰ ਘੁੰਮਦਾ। ਲੋਕਾਂ ਨੇ ਮਤਲਬ ਆਵਾਜ਼ ਚੱਕੀ ਵੀ ਸਾਡੇ ਉੱਤੇ ਬੇਅਦਬੀ ਹੋ ਗਈ ਤੇ ਸਿੰਘ ਸ਼ਹੀਦ ਹੋ ਗਏ, ਉਹਨਾਂ ਦੇ ਪਰਿਵਾਰਾਂ ਨੇ ਬਾਹਰੋਂ ਆਉਣਾ। ਤੇ ਮੈਂ ਉੱਤੇ ਉਹਨਾਂ ਦੇ ਮਤਲਬ ਪੈਰੀਂ ਪੈ ਗਿਆ। ਮੈਂ ਕਿਹਾ ਬਾਈ ਉਹ ਮੈਂ ਹੀ ਹਾਂ ਯਾਰ, ਮੈਂ ਹੀ ਆਪਦੇ ਬਾਪੂ ਨੂੰ ਦੇਖਣਾ। ਤਾਂ ਉਹਨਾਂ ਨੇ ਮੈਨੂੰ ਚੱਕ ਲਿਆ। ਜ਼ਰੂਰ ਬਣਨਗੇ ਭੈਣ ਮੇਰੇ ਕੇ, ਮੈਨੂੰ ਜ਼ਰੂਰ ਮੇਰੇ ਪਿਓ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਜ਼ਰੂਰ ਮਿਲੂਗਾ। ਵੀ ਸਾਡੇ ਲੋਕ ਕੀ ਚਾਹੁੰਦੇ ਆ, ਸਾਡੇ ਲੋਕ ਇੱਕ ਮੌਤ ਚਾਹੁੰਦੇ ਆ। ਹੋ ਸਕਦਾ ਇਦੋਂ ਅਗਲੀ ਇਨਸਾਫ ਵਾਲੀ ਮੌਤ ਮੈਂ ਵੀ ਬਣ ਜਾ ਇਹਨਾਂ ਵਾਸਤੇ। ਤਾਂ ਮੈਂ ਇਹ ਕਦਮ ਜਿਹੜਾ ਚੁੱਕਿਆ ਸੋਚ ਸਮਝ ਕੇ ਚੁੱਕਿਆ। ਮੈਨੂੰ ਪਤਾ ਇਹ ਗੱਲ ਦਾ ਵੀ ਇਹਦਾ ਨਤੀਜਾ, ਪਰ ਕੋਈ ਗੱਲ ਨਹੀਂ। ਫਿਰ ਉਹੀ ਕਹਿਣਾ ਵੀ ਮੇਰੀ ਕੌਮ ਨੂੰ ਇਨਸਾਫ ਮਿਲ ਜੇ, ਮੇਰੇ ਗੁਰੂ ਦੀ ਬੇਅਦਬੀ ਹੁਣੋਂ ਹਟ ਜੇ, ਸਕਰਾਜ ਵਰਗੇ ਤਾਂ ਹੋਰ ਪੈਦਾ ਹੋ ਜਾਣਗੇ। ਸਤਿ ਸ਼੍ਰੀ ਅਕਾਲ, ਔਨ-에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਧੂਰ। ਇਸ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਦੌਰੇ ਦੇ ਉੱਤੇ ਆਈ ਹੋਈ ਸੀ ਤੇ ਜਦੋਂ ਤੁਸੀਂ ਸੜਕ ਤੋਂ ਗੁਜ਼ਰਦੇ ਹੋ ਬਠਿੰਡਾ ਫਰੀਦਕੋਟ ਰੋਡ ਤੇ ਤੁਹਾਨੂੰ ਫਿਰ ਤੋਂ ਉਹ ਜ਼ਖਮ ਜਿਹੜੇ ਆ ਤਾਜ਼ਾ ਮਿਲਣਗੇ ਜਦੋਂ ਤੁਸੀਂ ਬਾਈਬਲ ਕਲਾਂ ਦੇ ਕੋਲੋਂ ਦੀ ਗੁਜ਼ਰਦੇ ਹੋ। ਮੇਨ ਰੋਡ ਦੇ ਉੱਤੇ ਬਾਈ ਸੁਖਰਾਜ ਹੋਰੀ ਵਾਪਸ ਤੋਂ ਉਸੇ ਤਰ੍ਹਾਂ ਧਰਨੇ ਦੇ ਉੱਤੇ ਬੈਠੇ ਹੋਏ ਨੇ। ਔਰ 2015 ਅਕਤੂਬਰ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਜਦੋਂ ਬੇਅਦਬੀ ਹੁੰਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੇਅਦਬੀ ਦੇ ਨਿਆਂ ਦੇ ਲਈ ਰੋਸ ਦੇ ਵਿੱਚ ਬੈਠੇ ਹੋਏ ਲੋਕਾਂ ਦੇ ਉੱਤੇ ਜਦੋਂ ਗੋਲੀਆਂ ਚਲਾਈਆਂ ਜਾਂਦੀਆਂ ਤੇ ਉਹਦੇ ਵਿੱਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਜੀ ਔਰ ਸ਼ਹੀਦ ਗੁਰਜੀਤ ਸਿੰਘ ਬਿੱਟੂ ਸਰਾਵਾਂ ਜੀ, ਇਹਨਾਂ ਨੂੰ ਦੋਨਾਂ ਨੂੰ ਗੋਲੀਆਂ ਲੱਗਦੀਆਂ। ਤੇ ਦੇਖ ਸਕਦੇ ਹੋ ਕਿ ਅਜੇ ਵੀ ਸੜਕ ਦੇ ਉੱਤੇ ਇਸ ਪਿੰਡ ਦੇ ਲੋਕ ਜਿਹੜੇ ਆ ਬੈਠੇ ਹੋਏ ਆ। ਔਰ ਇਸ ਵੇਲੇ ਖਾਸ ਤੌਰ ਤੇ ਜਦੋਂ ਵੋਟਾਂ ਦਾ ਕਰਕੇ ਸਾਰੇ ਪਾਸੇ ਚੋਣ ਪ੍ਰਚਾਰ, ਵੱਡੇ ਵੱਡੇ ਦਾਅਵੇ ਵਾਅਦੇ, ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਉੱਥੇ 6 ਸਾਲ ਤੋਂ ਇਹ ਪਰਿਵਾਰ ਜਿਹੜੇ ਹੈਗੇ ਆ, ਇਸ ਪਿੰਡ ਦੇ ਲੋਕ ਹੈ, ਉਹ ਨਿਆਂ ਦੇ ਲਈ ਭਟਕ ਰਹੇ ਆ। ਸੁਖਰਾਜ ਵੀਰ ਜੀ ਮੇਰੇ ਨਾਲ ਆ, ਉਹਨਾਂ ਦੇ ਨਾਲ ਗੱਲ ਕਰਦੇ ਆ। ਹਾਲਾਂਕਿ ਔਨ-에ਅਰ ਦੇ ਜ਼ਰੀਏ ਕਈ ਵਾਰ ਮੇਰੇ ਖਿਆਲ 'ਚ ਵੀਰੇ ਆਪਾਂ ਉੱਥੇ ਚੱਲੀਏ ਜਿੱਥੇ ਇਹ ਉਹੀ ਜਗ੍ਹਾ ਹੈ ਜਿੱਥੇ ਗੋਲੀਆਂ ਚਲਾਈਆਂ ਗਈਆਂ ਸੀ, ਸੰਗਤ ਦਾ ਵੱਡਾ ਇਕੱਠ ਸੀ। ਔਰ ਔਨ-에ਅਰ ਦੇ ਜ਼ਰੀਏ ਪਹਿਲਾਂ ਵੀ ਤੁਹਾਨੂੰ ਇਸ ਜਗ੍ਹਾ ਦੇ ਬਾਰੇ 'ਚ ਬਹੁਤ ਜ਼ਿਆਦਾ ਡਿਟੇਲ ਦੇ ਨਾਲ ਅਸੀਂ ਇਹ ਜਾਣਕਾਰੀ ਦੇ ਚੁੱਕੇ ਔਰ ਦਿਖਾ ਚੁੱਕੇ ਹੋਏ ਹਾਂ। ਵੀਰ ਮੇਰੇ ਨਾਲ ਆ ਉਸ ਜਗ੍ਹਾ 'ਤੇ। ਵੀਰੇ ਤੁਹਾਡੇ ਲਈ ਤਾਂ ਖੈਰ ਜ਼ਖਮ ਜਿਹੜੇ ਆ ਸਦਾ ਹਰੇ ਹੈ। ਪਰਿਵਾਰ ਦਾ ਜਿਹੜਾ ਵਿਛੜਨਾ ਔਰ ਬਹੁਤ ਵੱਡੀ ਚੀਜ਼ ਹੈ, ਖਾਸ ਤੌਰ 'ਤੇ ਨਿਆਂ ਨਾ ਮਿਲਣਾ, ਉਹ ਵੀ ਉਦੋਂ ਜਦੋਂ ਇੱਕ ਬਹੁਤ ਸੋਹਣੇ ਕੰਮ ਦੇ ਪਿੱਛੇ ਤੁਸੀਂ ਸ਼ਹੀਦ ਹੋਏ ਹੋਵੋ। ਇਸ ਵੇਲੇ ਚੋਣ ਪ੍ਰਚਾਰ ਚੱਲ ਰਿਹਾ, ਲਗਾਤਾਰ ਦਾਅਵੇ ਵਾਅਦੇ ਔਰ ਬਹੁਤ ਸਾਰੇ ਮੰਤਰੀ ਵੱਡੇ ਚਿਹਰੇ ਤੁਹਾਨੂੰ ਮਿਲ ਵੀ ਚੁੱਕੇ ਆ। ਕੋਈ ਆਸ ਉਮੀਦ ਬੱਝੀ ਆ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ 'ਚੋਂ ਜਿਹੜਾ ਸਮਾਂ ਕੱਢ ਕੇ ਤੇ ਤੁਹਾਨੂੰ ਇਹ ਮਤਲਬ ਦਰਦ ਰੱਖਿਆ ਤੁਸੀਂ ਕਿ ਬੇਅਦਬੀ ਨੂੰ ਲੈ ਕੇ ਇੱਕ ਰੋਸ ਧਰਨਾ ਜਿਹੜਾ ਚੱਲ ਰਿਹਾ 2015 ਤੋਂ ਲੈ ਕੇ ਅੱਜ ਤੱਕ ਜਿਹੜਾ ਸੰਘਰਸ਼ ਕਰ ਰਹੇ ਆ। ਤੇ ਉਹ ਵੀ ਉਸ ਮਤਲਬ ਅਸੀਂ ਖਿੱਤੇ ਦੇ ਵਿੱਚੋਂ ਬਿਲੋਂਗ ਕਰਦੇ ਆ, ਇੱਕ ਸਿੱਖ ਪਰਿਵਾਰ 'ਚੋਂ ਬਿਲੋਂਗ ਕਰਦੇ ਆ ਤੇ ਸਾਡਾ ਪੇਸ਼ਾ ਅਸੀਂ ਸੰਘਰਸ਼ ਦੇ ਨਾਲ ਹੀ ਜਿਹੜੀ ਜ਼ਿੰਦਗੀ ਜਿਉਣੀ ਆ। ਉਸੇ ਤਰ੍ਹਾਂ ਹੀ ਮੇਰੇ ਪਿਤਾ ਜੀ 2015 ਦੇ ਵਿੱਚ ਜਦੋਂ ਬੇਅਦਬੀ ਹੁੰਦੀ ਆ ਤੇ ਬੇਅਦਬੀ ਦੇ ਰੋਸ ਵਜੋਂ ਜਿਹੜੇ ਧਰਨੇ ਲੱਗਦੇ ਉਹ 'ਚ ਸ਼ਮੂਲੀਅਤ ਕਰਦੇ ਆ ਤੇ ਉਹਨਾਂ ਨੂੰ ਰੋਸ ਦੇ ਵਿੱਚੋਂ ਕੀ ਮਿਲਦਾ, ਇੱਕ ਪੁਲਿਸ ਦੀ ਗੋਲੀ ਤੇ ਸ਼ਹੀਦੀ ਦੀ ਦਾਤ ਜਿਹੜੀ ਸਾਡੇ ਘਰੇ ਆਉਂਦੀ ਆ। ਤਾਂ ਉਸ 'ਤੇ ਰਾਜਨੀਤੀ ਖੂਬ ਖੇਡੀ ਜਾਂਦੀ ਆ ਇਹਨਾਂ ਸਰਕਾਰਾਂ ਵੱਲੋਂ, ਉਹ ਚਾਹੇ ਜਿਹਦੇ ਰਾਜ ਦੇ ਵਿੱਚ ਹੋਇਆ ਉਸ ਟਾਈਮ ਤੇ ਚਾਹੇ 2017 ਦੀ ਸਰਕਾਰ ਇੱਕ ਇਸ ਇਸ਼ੂ ਦੇ ਉੱਤੇ ਬਣੀ ਹੋਵੇ। ਤੇ ਪਰ ਅੱਜ ਤੱਕ ਉਹਨਾਂ ਪੁਲਿਸ ਵਾਲਿਆਂ ਨੂੰ ਤੇ ਉਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਆਂਚ ਤੱਕ ਨਹੀਂ ਆਈ ਇਹਨਾਂ ਰਾਜਨੀਤਿਕ ਲੋਕਾਂ ਦੇ ਮਤਲਬ ਜਿਹੜੇ ਆਪਾਂ ਕਹੀਏ ਜਿਹੜੇ ਉੱਥੇ ਵਿਧਾਨ ਸਭਾ 'ਚ ਚੁਣ ਕੇ ਗਏ ਸੀ ਇਸ ਝੂਠੇ ਵਾਅਦਿਆਂ ਦੇ ਉੱਤੇ, ਉਹਨਾਂ ਦੇ ਵੱਲੋਂ ਇੱਕ ਆਂਚ ਤੱਕ ਨਹੀਂ ਆਉਣ ਦਿੱਤੀ ਗਈ। ਹਾਲਾਂਕਿ ਗਏ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਸੀਗੇ, ਪਰ ਉਹਨਾਂ ਦੀ ਰਖਵਾਲੀ ਕਰਨ ਦੇ ਕੰਮ ਆਏ ਆ ਪੂਰੇ 5 ਸਾਲ। ਵੀਰੇ ਤੁਹਾਨੂੰ ਤੁਸੀਂ ਥੋੜ੍ਹੇ ਦਿਨ ਪਹਿਲਾਂ ਚੰਨੀ ਸਾਹਿਬ ਨੂੰ ਵੀ ਮਿਲ ਕੇ ਆਏ ਹੋ, ਭਗਵੰਤ ਮਾਨ ਜੀ ਹੋ ਗਏ, ਨਵਜੋਤ ਸਿੱਧੂ ਤੁਹਾਡੇ ਕੋਲ ਹੋ ਕੇ ਗਏ ਆ।
ਉਹਨਾਂ ਨੇ ਬਹੁਤ ਵੱਡੇ ਪੰਜਾਬ ਨੂੰ ਤਰੱਕੀ ਦੀ ਰਾਹ ਦੇ ਉੱਤੇ ਮਤਲਬ ਲੰਬੀ ਦੌੜ ਦੇ ਵਿੱਚ ਸ਼ਾਮਲ ਕਰਨ ਦੇ ਲਈ ਵੱਡੇ ਮਾਡਲ ਪੇਸ਼ ਕੀਤੇ ਆ। ਤੁਹਾਨੂੰ ਵੀ ਤਾਂ ਕੋਈ ਦਿੱਤੀ ਹੋਊਗੀ, ਭਰੋਸਾ ਦਿੱਤਾ ਹੋਊਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕੈਪਟਨ ਨੂੰ ਬਹੁਤ ਵਾਰ ਮਿਲਿਆ। ਜਦੋਂ ਤੋਂ ਉਹਨਾਂ ਨੇ 6 ਮਹੀਨੇ ਦਾ ਟਾਈਮ ਬਾਉਂਡ ਕੀਤਾ ਸੀਗਾ ਤਾਂ ਮੈਂ 4.5 ਸਾਲ ਦੇ ਵਿੱਚ ਘੱਟੋ ਘੱਟ 5 ਤੋਂ 6 ਵਾਰ ਉਹਨਾਂ ਨੂੰ ਮਿਲ ਚੁੱਕਿਆ ਸੀਗਾ, ਸਿਰਫ ਇਸ ਦਾ ਰਿਮਾਈਂਡਰ ਕਰਾਉਣ ਦੇ ਲਈ ਬਈ ਕੁਝ ਕਰੋ। ਕੇਸ ਦੇ ਵਿੱਚ ਜਸਟਿਸ ਬਣਦਾ, ਸੈੱਟ ਬਣਦੀ ਆ, ਰਿਪੋਰਟਾਂ ਖਾਰਜ ਹੁੰਦੀਆਂ, ਉਸੇ ਕੈਪਟਨ ਦੇ ਰਾਹ 'ਚ ਜਿਹੜਾ ਕਹਿੰਦਾ ਸੀ ਮੈਂ 5 ਤੋਂ 6 ਮਹੀਨੇ ਦੇ ਵਿੱਚ ਹੱਲ ਕਰਕੇ ਦੇਵਾਂਗਾ, ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਂਦਾ। ਚੰਨੀ ਦੀ ਸਰਕਾਰ ਬਣਦੀ ਆ ਤਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਚੰਨੀ ਸਾਹਿਬ ਨੂੰ ਮਿਲਦੇ ਆ। ਉਸ ਤੋਂ ਬਾਅਦ ਜਿਹੜੇ ਡਿਪਟੀ ਸੀਐਮ ਰੰਧਾਵਾ ਸਾਹਿਬ, ਮੈਂ ਉਹਨਾਂ ਦੇ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਯਾਦ ਕਰਵਾਉਣਾ ਚਾਹੁੰਦਾ, ਜਦੋਂ ਬਗਰਾੜੀ ਦਾ ਮੋਰਚਾ ਚੁਕਾਉਣ ਆਏ ਸੀ, ਰੰਧਾਵਾ ਸਾਹਿਬ ਦਾ ਬਿਆਨ ਇਹ ਸੀਗਾ ਕਿ ਸਾਡੇ ਹੱਥ ਪਾਵਰ ਆ ਜੇ, ਅਸੀਂ ਘੰਟਿਆਂ 'ਚ ਇਹਦਾ ਹੱਲ ਕਰ ਦਿਆਂਗੇ, ਸਾਨੂੰ ਪਤਾ ਵੀ ਕਿਹਨੇ ਕੀਤਾ ਤੇ ਕਿਹਨੇ ਕਰਾਇਆ, ਪਰ ਅਸੀਂ ਹੁਕਮ ਦੇ ਬੱਝੇ ਹਾਂ, ਸਾਡੇ ਹੱਥ ਪਾਵਰ ਨਹੀਂ ਆ। ਤਾਂ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਸੁਣੀ, ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਅਰਦਾਸ ਕੀਤੀ ਵੀ ਸਾਡੇ ਹੱਥ ਪਾਵਰ ਆ ਜੇ, ਤਾਂ ਗੁਰੂ ਸਾਹਿਬ ਨੇ ਪਾਵਰ ਬਖਸ਼ੀ। 3 ਮਹੀਨੇ ਉਹਨਾਂ ਨੂੰ ਰਾਜ ਭਾਗ ਮਿਲਿਆ, ਉਹ ਵੀ ਉਹੀ ਅਹੁਦਾ ਜਿਹਦੇ 'ਚ ਉਹ ਸਾਰਾ ਕੁਝ ਕਰ ਸਕਦੇ ਸੀ, ਇੱਕ ਡਿਪਟੀ ਸੀਐਮ ਤੇ ਦੂਜਾ ਹੋਮ ਮਿਨਿਸਟਰੀ, ਮਤਲਬ ਗ੍ਰਹਿ ਵਿਭਾਗ ਉਹਨਾਂ ਕੋਲੇ ਆ। ਪੁਲਿਸ ਵੀ ਉਹਨਾਂ ਦੇ ਹੱਥ 'ਚ ਹੋ ਗਈ ਤੇ ਸੀਐਮ ਦੀ ਵੀ ਕਲਮ ਉਹਨਾਂ ਦੇ ਹੱਥ 'ਚ ਹੋ ਗਈ, ਪਰ ਉਹਨਾਂ ਦਾ ਇੱਕ ਬਿਆਨ ਲਾਉਣਾ ਤੱਕ ਠੀਕ ਨਹੀਂ ਸਮਝਿਆ, ਕਿਉਂਕਿ ਇੱਥੋਂ ਸਾਫ਼ ਪਤਾ ਲੱਗਦਾ ਸਾਡੇ 'ਚ ਸਿਰਫ ਕਿਤੇ ਨਾ ਕਿਤੇ ਕੁਰਸੀ ਦੀ ਭੁੱਖ ਹੈ। ਉਹ ਮੁੱਦਾ ਚਾਹੇ ਕੋਈ ਵੀ ਹੋਵੇ, ਕਿੰਨੀਆਂ ਵੀ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਸਾਨੂੰ ਕੁਰਸੀ ਮਿਲਣੀ ਚਾਹੀਦੀ ਆ, ਉਹ ਸਾਨੂੰ ਮੈਟਰ ਨਹੀਂ ਕਰਦਾ ਵੀ ਲਾਸ਼ਾਂ ਕਿਹਦੀਆਂ ਸੀਗੀਆਂ ਤੇ ਕਿਉਂ, ਕਿਹੜੇ ਮਕਸਦ ਲਈ ਬਣੀਆਂ ਸੀਗੀਆਂ, ਪਰ ਸਾਡੀ ਕੁਰਸੀ ਬਰਕਰਾਰ ਰਹਿਣੀ ਚਾਹੀਦੀ ਆ। ਉਸੇ ਤਰ੍ਹਾਂ ਹੀ ਰਾਜਨੀਤਿਕ ਲੋਕਾਂ ਨੇ 2017 ਤੋਂ ਲੈ ਕੇ 22 ਤੱਕ ਸਿਰਫ ਆਪਦੀ ਕੁਰਸੀ ਲੋਕਾਂ ਦੇ ਲਈ ਰੱਖੀ ਆ, ਵੀ ਕੁਰਸੀ ਲੋਕਾਂ ਦੇ ਲਈ ਦਿੱਤੀ ਗਈ ਸੀ ਜਿਹੜੀ, ਉਹ ਆਪਦੇ ਹਿੱਤਾਂ ਲਈ ਵਰਤੀ ਆ, ਪਰ ਲੋਕਾਂ ਦੇ ਲਈ ਨਹੀਂ ਵਰਤੀ। ਸੁਖਬੀਰ ਬਾਦਲ ਹੋਰਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ, ਜਾਂ ਕਹਿ ਲਓ ਕਹਿੰਦੇ ਕਿ ਇੱਕ ਮੰਦਭਾਗੀ ਚੀਜ਼ ਆ ਜਾਂ ਅਫਸੋਸਨਾਕ ਚੀਜ਼ ਆ ਕਿ ਸਾਡੇ ਕਾਰਜਕਾਲ ਦੇ ਦੌਰਾਨ ਬੇਅਦਬੀ ਹੋਈ ਆ, ਪਰ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਆ। ਉਹਨਾਂ ਦਾ ਹੱਥ ਨਹੀਂ ਹੋਊਗਾ ਇਹ ਲੋਕ ਮੰਨ ਸਕਦੇ ਆ, ਪਰ ਨਿਆਂ ਦਿਵਾਉਣ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਉਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ? ਬਿਆਨ ਦੇਣ ਦੀ ਲੋੜ ਹੀ ਨਹੀਂ ਪੈਣੀ ਸੀ। ਜੇ 15 ਚ 1 ਜੂਨ ਚ ਬੇਅਦਬੀ ਸਰੂਪ ਚੋਰੀ ਹੁੰਦੇ ਆ ਤਾਂ ਬੇਅਦਬੀ ਹੋਣ ਹੀ ਨਹੀਂ ਦਿੱਤੀ ਜਾ ਸਕਦੀ ਸੀ, ਕਿਉਂਕਿ ਉਹ ਅਕਸਰ ਉਹ ਤਾਂ ਚੱਕੇ ਗਏ ਆ, 2 ਮਹੀਨੇ ਬਾਅਦ ਅੰਗ ਖਿਲਾਰੇ ਜਾਂਦੇ ਆ। ਤਾਂ ਫਿਰ ਗੋਲੀकांड ਵੀ ਹੁੰਦਾ, ਗੋਲੀकांड ਵਾਲੇ ਵੀ ਦੋਸ਼ੀ ਡੀਜੀਪੀ ਸਮੇਤ ਸੈਣੀ ਆ, ਤਾਂ ਉਹਨਾਂ ਨੂੰ ਵੀ ਅੰਦਰ ਕੀਤਾ ਜਾ ਸਕਦਾ ਸੀ। ਤਾਂ ਇੱਥੋਂ ਤੱਕ ਬਿਆਨ ਦੇਣ ਤੱਕ ਨੌਬਤ ਹੀ ਨਹੀਂ ਹੋਣੀ ਸੀ। ਤੇ ਲੋਕਾਂ ਦੇ ਵਿੱਚ ਜਿਹੜੇ ਅੱਜ ਆਪਾਂ ਸਫਾਈਆਂ ਦੇਣ ਲਈ ਉਤਰੇ ਆ ਵੀ ਸਾਡਾ ਕਸੂਰ ਨਹੀਂ, ਤਾਂ ਹੋ ਸਕਦਾ ਉਹ ਨਾ ਹੀ ਦੇਣੇ ਪੈਂਦੇ, ਤਾਂ ਕਿਤੇ ਨਾ ਕਿਤੇ ਲੋਕ ਵੀ ਸੰਤੁਸ਼ਟ ਹੁੰਦੇ ਵੀ ਵਾਕਈ ਸਹੀ ਕੀਤਾ। ਸੋ ਉਹੀ ਗੱਲ ਆ ਗਈ ਕਿ ਉਦੋਂ ਲੋਕਾਂ ਦਾ ਰੋਹ ਵੀ ਇਹ ਸੀਗਾ, ਅਸੀਂ ਵੀ ਵਿਰੋਧ ਡਟ ਕੇ ਕੀਤਾ ਸਾਰਿਆਂ ਨੇ ਤੇ ਹੁਣ ਵੀ ਕਰ ਰਹੇ ਆ। ਤਾਂ ਉਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦਾ ਵੀ ਵਿਰੋਧ ਉਦੋਂ ਵੱਧ ਕਰਨਾ ਬਣਦਾ, ਕਿਉਂਕਿ ਇੱਕ ਤਾਂ ਜਿਨ੍ਹਾਂ ਦੇ ਰਾਜ 'ਚ ਹੋਇਆ ਉਹ ਤਾਂ ਆਪਾਂ ਦੋਸ਼ੀਆਂ ਦੀ ਕਤਾਰ 'ਚ ਖੜੇ ਕਰ ਲਏ, ਉਹ ਤਾਂ ਹੈ, ਤੇ ਦੂਜੀ ਜਿਹੜੇ ਤੁਹਾਡੀ ਉਸ ਲਾਸ਼ਾਂ ਦੇ ਉੱਤੋਂ ਦੀ ਬੇਅਦਬੀ ਦੇ ਉੱਤੋਂ ਦੀ ਲੰਘ ਕੇ ਸਰਕਾਰ ਬਣਾ ਕੇ ਗਏ ਆ, ਤੇ ਅੱਜ ਫੇਰ ਦੁਬਾਰਾ ਪੰਜਾਬ ਮਾਡਲ, ਪੰਜਾਬ ਦੇ ਮੁੱਦੇ ਲੋਕਾਂ ਨੂੰ ਦਿਖਾਉਂਦੇ ਆ। ਕਿ ਪ੍ਰਿੰਕਾ ਗਾਂਧੀ ਜਿਹੜੀ ਅੱਜ ਆ ਕੇ ਬੋਲ ਕੇ ਗਏ ਆ ਇੱਥੇ, ਕਹਿੰਦੇ ਆ ਵੀ ਅਸੀਂ ਪੰਜਾਬ ਮਾਡਲ ਜਾਂ ਪੰਜਾਬ ਨੂੰ ਚੰਗਾ ਸੂਬਾ ਬਣਾਵਾਂਗੇ। ਤਾਂ 5 ਸਾਲ ਸਰਕਾਰ ਪਹਿਲਾਂ ਕਿਹੜਾ ਹੋਰ ਕਿਸੇ ਦੀ ਸੀਗੀ? ਜਿਹੜਾ ਪਿਛਲੇ 5 ਸਾਲ ਜੋ ਅੱਜ ਨਵੀਂ ਸਰਕਾਰ ਦੀਆਂ ਦੁਹਾਈਆਂ ਪਾਉਣ ਆ ਰਹੇ ਆ, ਤਾਂ ਉਦੋਂ ਉਹੀ ਰਾਹੁਲ ਗਾਂਧੀ ਉਹਦਾ ਭਰਾ ਸੀਗਾ ਜਿਹੜਾ ਆਪਣਾ ਸਰਾਵਾਂ ਤੋਂ ਤੁਰ ਕੇ ਡਬਲ ਖੁਰਦ ਤੱਕ ਤੁਰ ਕੇ ਆਇਆ ਸੀ ਵੋਟਾਂ ਦੇ ਲਈ, ਕੁਰਸੀ ਦੇ ਲਈ। ਤੇ ਅੱਜ ਉਹਨਾਂ ਨੂੰ ਮੈਂ ਚਿੱਠੀਆਂ ਤੱਕ ਪਾਈਆਂ, ਪ੍ਰਿੰਕਾ ਗਾਂਧੀ ਤੱਕ ਪਹੁੰਚ ਕੀਤੀ, ਰਾਹੁਲ ਤੱਕ ਪਹੁੰਚ ਕੀਤੀ, ਉਹਨਾਂ ਨੇ ਟਾਈਮ ਤੱਕ ਨਹੀਂ ਦਿੱਤਾ। ਸੋ ਅਸੀਂ ਉਹਨਾਂ ਤੋਂ ਇਨਸਾਫ ਦੀ ਆਸ ਰੱਖਦੇ ਹਾਂ। ਸਾਡੇ ਲੋਕਾਂ 'ਚ ਕਮੀ ਆ, ਇਹ ਅਸੀਂ ਇਹਨਾਂ ਨੂੰ ਚੁਣ ਕੇ ਭੇਜਦੇ ਹਾਂ ਆਪਣੇ ਲਈ, ਪਰ ਇਹ ਬਣ ਜਾਂਦੇ ਆ ਆਪਦੇ ਆਪ ਲਈ, ਆਪਦੀਆਂ ਕੁਰਸੀਆਂ ਦੇ ਲਈ। ਸੋ ਸਾਨੂੰ ਸੋਚਣ ਦੀ ਲੋੜ ਆ। ਵੋਟਾਂ ਦਾ ਟਾਈਮ ਅੱਜ ਤੁਹਾਡੇ ਪੈਰਾਂ 'ਚ ਬਹਿੰਦੇ ਫਿਰਦੇ ਆ, ਤੁਸੀਂ ਉਹਨਾਂ ਦੇ ਮੂੰਹ ਤੇ ਸਵਾਲ ਕਿਉਂ ਨਹੀਂ ਰੱਖਦੇ? 2017 ਦੇ ਮੁੱਦੇ ਜਿਹੜੇ ਸੀਗੇ ਉਹਨਾਂ ਦਾ ਚੋਣ ਮੈਨੀਫੈਸਟੋ ਅੱਜ ਉਹਨਾਂ ਦੇ ਮੂੰਹ ਤੇ ਚਪੇੜ ਵਾਂਗ ਕਿਉਂ ਨਹੀਂ ਮਾਰਦੇ ਤੁਸੀਂ? ਉਹਨਾਂ 'ਚੋਂ ਕੀ ਹੱਲ ਕੀਤਾ? ਕੀ ਸਾਡੇ ਟੀਚਰਾਂ ਦੀ ਕੁੱਟ, ਬੇਰੁਜ਼ਗਾਰ ਅਧਿਆਪਕਾਂ ਤੇ ਕੁੱਟ, ਜਵਾਕ ਟੈਂਕੀਆਂ ਤੇ ਚੜੇ? ਬਿਲਕੁਲ। ਬੇਅਦਬੀ ਰੋਕਣ ਦੇ ਲਈ ਸਰਕਾਰ ਬਣੀ ਸੀ, 400 ਤੋਂ ਵੱਧ ਬੇਅਦਬੀ ਹੋ ਗਈ ਆ, ਤੇ ਉਦੋਂ ਵੱਧ ਗੁਰਦੁਆਰਿਆਂ ਦੇ ਵਿੱਚ ਅੱਗਾਂ ਲੱਗ ਗਈਆਂ ਤੇ ਤਖਤ ਸਾਹਿਬਾਨਾਂ ਤੇ ਬੇਅਦਬੀ ਕਰਨ ਵਾਲੇ ਪਹੁੰਚ ਗਏ। ਮੈਂ ਇਸੇ ਗੱਲ ਤੇ ਆਉਣਾ ਚਾਹੁੰਦੀ ਸੀ ਵੀ ਉਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਬੇਅਦਬੀ ਹੋਈ ਤੇ ਦੂਜੀਆਂ ਪਾਰਟੀਆਂ ਨੇ ਜੰਮ ਕੇ ਇਸ ਚੀਜ਼ ਦਾ ਫਾਇਦਾ ਉਠਾਇਆ, ਔਰ ਦੂਜੇ ਪਾਸੇ ਉਹਨਾਂ ਦਾ ਕਹਿਣਾ ਵੀ ਇਹਨਾਂ ਦੇ ਬਾਰੇ ਇੱਕ ਕਾਊਂਟਿੰਗ ਹੋਣੀ ਸ਼ੁਰੂ ਹੋ ਗਈ ਵੀ ਤੁਹਾਡੇ ਵਾਰੀ ਇੰਨੀ ਵਾਰੀ ਹੋਈ, ਤੁਹਾਡੇ ਵਾਰੀ ਇੰਨੀ ਵਾਰੀ। ਇਹ ਪ੍ਰਚਲਨ ਕਿੱਥੋਂ ਤੱਕ ਸਹੀ, ਔਰ ਤੁਸੀਂ ਬੈਠੇ ਹੋ ਇੱਥੇ ਕਿਉਂ ਨਹੀਂ? ਇਹਨਾਂ ਦਾ ਮਜ਼ਾਕ ਬਣਾ ਲਿਆ ਬੇਅਦਬੀ ਦਾ। ਬੇਅਦਬੀ ਪੰਜਾਬ ਦੇ ਲੋਕਾਂ ਦਾ ਦਰਦ ਆ, ਤਾਂ ਫਿੱਟੇ ਮੂੰਹ ਇਹਨਾਂ ਰਾਜਨੀਤਿਕ ਲੋਕਾਂ ਦੇ ਜਿਹੜੇ ਇੱਕ ਧਾਰਮਿਕ ਮੁੱਦੇ ਤੇ ਉਹ ਰਾਜਨੀਤੀ ਕਰਦੇ ਆ। ਇੱਕ ਗੁਰੂ ਜਿਹਦੇ ਮੂਹਰੇ ਤੁਸੀਂ ਅਰਦਾਸ ਕਰਦੇ ਹੋ, ਨਤਮਸਤਕ ਹੁੰਨੇ ਹੋ, ਇੱਕ ਸ਼ਬਦ ਗੁਰੂ ਦਾ ਸਾਨੂੰ ਦਰਜਾ ਮਿਲਿਆ। ਤਾਂ ਮੈਂ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਵੀ ਕਿਸੇ ਵੀ ਧਰਮ ਦੀ ਬੇਅਦਬੀ ਆ ਮਾੜੀ ਆ, ਉਹ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਧਰਮ ਹੈ। ਪਿੱਛੇ ਜੇ ਗੀਤਾ ਉਹਨਾਂ ਦੀ ਹਿੰਦੂ ਦੀ ਵੀ
ਉਹਨਾਂ ਦੇ ਗ੍ਰੰਥ ਦੀ ਬੇਅਦਬੀ ਕੀਤੀ ਗਈ ਆ, ਜਿਹੜੇ ਉਹਨਾਂ ਦੀਆਂ ਕੋਈ ਵੀ ਪੋਥੀਆਂ ਕਹਿ ਲਓ ਜਾਂ ਕੁਝ ਵੀ ਸੀਗਾ, ਉਹਨੂੰ ਲੁਧਿਆਣੇ ਦੇ ਵਿੱਚ ਬੇਅਦਬੀ ਕੀਤੀ ਗਈ ਆ, ਮੰਦਿਰ ਦੇ ਵਿੱਚ ਪਟਿਆਲੇ ਦੇ ਵਿੱਚ ਬੇਅਦਬੀ ਹੋ ਗਈ ਆ, ਮਸਜਿਦਾਂ ਇੱਥੇ ਢਾਈਆਂ ਜਾ ਰਹੀਆਂ। ਤਾਂ ਸਾਡੀ ਰਾਜਨੀਤੀ ਕਿਹੜੇ ਗੰਦੇ ਰਾਹਾਂ ਤੇ ਪੈ ਚੁੱਕੀ ਆ, ਕਿਹੜੀਆਂ ਗੰਦੀ ਰਾਜਨੀਤੀ ਬਣ ਚੁੱਕੀ ਆ। ਪੰਜਾਬ ਦੇ ਮੁੱਦਿਆਂ ਤੇ ਰਾਜਨੀਤੀ ਕਰਨ ਵਾਲੇ ਅੱਜ ਧਰਮ ਦੇ ਉੱਤੇ ਰਾਜਨੀਤੀ ਕਰ ਰਹੇ ਆ, ਤੇ ਉਹ ਵੀ ਲੋਕਾਂ ਨੂੰ ਸੈਂਟੀਮੈਂਟਲ ਨਾਲ ਖਿੜ ਕੇ। ਸਾਡੇ ਮੇਰੇ ਬਾਪ ਦਾ ਕਤਲ ਹੋਇਆ ਇਸ ਜਗ੍ਹਾ ਤੇ, ਪੁਲਿਸ ਦੀ ਗੋਲੀ ਦੇ ਨਾਲ ਕਤਲ ਹੋਇਆ। ਪੁਲਿਸ ਉਹੀ ਪੁਲਿਸ ਜਿਹੜੀ ਜਗਰਾਵਾਂ ਦੇ ਵਿੱਚ ਮਾਰੀ ਜਾਂਦੀ ਹੈ, ਤੇ 3 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ ਉਹਨਾਂ ਦਾ ਜਿਹੜਾ ਐਨਕਾਊਂਟਰ ਕਲਕੱਤੇ ਦੇ ਵਿੱਚ ਜਾ ਕੇ ਗੈਂਗਸਟਰ ਦਾ ਕੀਤਾ ਜਾਂਦਾ, ਜਿਹੜਾ ਉਹਦਾ ਕਹਿੰਦੇ ਆ ਵੀ ਇਹਦਾ ਕਤਲ ਦਾ ਕਰਤਾ ਧਰਤਾ ਸੀਗਾ, ਕਿਉਂਕਿ ਉਹ ਪੁਲਿਸ ਦਾ ਕਤਲ ਹੋਇਆ ਸੀ। ਤਾਂ ਉਹਦਾ ਉਹਨਾਂ ਨੂੰ ਮਾਸਟਰਮਾਈਂਡ ਵੀ ਲੱਭ ਗਿਆ, ਜਿਹੜੇ ਨੇ ਕਤਲ ਕੀਤਾ ਜਾਂ ਕਰਾਇਆ ਉਹ ਰੱਬ ਜਾਣਦਾ ਕੀਤਾ, ਪਰ ਉਹਦਾ ਉਹਨਾਂ ਨੇ ਮਾਸਟਰਮਾਈਂਡ ਲੱਭ ਕੇ ਮਾਰਤਾ। 2018 ਦੇ ਵਿੱਚ ਇੱਕ ਡੇਰਾ ਪ੍ਰੇਮੀ ਬੁਰਜ ਜਵਾਹਰ ਸਿੰਘ ਵਾਲੇ ਇਸੇ ਬੇਅਦਬੀ ਨਾਲ ਰਿਲੇਟਡ ਉਹਦੀ ਦੁਕਾਨ ਹੁੰਦੀ ਆ ਸਾਹਮਣੇ, ਉਹ ਵੀ ਰੱਬ ਜਾਣਦਾ ਵੀ ਉਹਦਾ ਜਿਹੜਾ ਕਤਲ ਕਰਨ ਵਾਲੇ ਆ ਉਹ ਕਿਹੜੀ ਮਨਸ਼ਾ ਨਾਲ ਕਰਕੇ ਗਏ, ਉਹ ਬੇਅਦਬੀ ਕਰਾਉਣ ਵਾਲਿਆਂ 'ਚ ਸੀ ਜਾਂ ਕਰਨ ਮਤਲਬ ਦੇਖਣ ਵਾਲਿਆਂ 'ਚ ਸੀ ਵੀ ਇਹਨਾਂ ਨੇ ਕੀਤੀ ਆ, ਉਹ ਨਹੀਂ ਸਾਨੂੰ ਪਤਾ ਅੱਜ ਤੱਕ। ਪਰ ਉਸ ਦੇ ਬਿਹੇਵ ਤੇ ਜਿਹੜਾ ਉਹਦੇ ਕੇਸ ਚੱਲਿਆ, ਉਹਦੇ ਦੋਸ਼ੀ ਵੀ ਫੜ ਲਏ ਜਾਂਦੇ ਆ। 3 ਸਾਲ ਕੇਸ ਚੱਲਦਾ, 5 ਦਿਨ ਪਹਿਲਾਂ ਉਹਨਾਂ ਨੂੰ ਉਮਰ ਕੈਦ ਹੋ ਜਾਂਦੀ ਆ। ਉਸੇ ਅਦਾਲਤ ਦੇ ਵਿੱਚ ਕੇਸ ਚੱਲਦਾ ਜਿੱਥੇ 50-55 ਬਹਿਬਲ ਦੇ ਗਵਾਹ ਜਿਹੜੇ ਕਹਿੰਦੇ ਆ ਵੀ ਫਲਾਣੇ ਪੁਲਿਸ ਵਾਲੇ ਨੇ ਗੋਲੀ ਮਾਰੀ ਆ, ਫਲਾਣੇ ਪੁਲਿਸ ਵਾਲੇ ਦੀ ਅਗਵਾਈ 'ਚ ਵੱਜੀ ਆ, ਫਲਾਣੇ ਪੁਲਿਸ ਵਾਲੇ ਨੇ ਇੱਥੇ ਸਾਡੇ ਧੱਕਾਸ਼ਾਹੀ ਕੀਤੀ ਆ, ਉਹਨਾਂ ਨੂੰ ਕੋਈ ਸਜ਼ਾ ਨਹੀਂ ਆ। ਬੇਅਦਬੀ ਵਾਲੇ 5 ਬੰਦੇ ਆ, ਉਹ ਕਹਿੰਦੇ ਆ ਵੀ ਡੇਰਾ ਪ੍ਰੇਮੀ ਆ ਜਿਹੜੇ 5 ਮੈਂਬਰੀ 3 ਮੈਂਬਰੀ ਕਮੇਟੀ ਜਿਹੜੀ ਭਗੌੜਾ ਕਰਾਰ ਦਿੱਤੀ ਇਹਨਾਂ ਨੇ, ਉਦੋਂ ਬਾਅਦ 'ਚ ਆਰਡਰ ਉਹਨਾਂ ਦੇ ਬਾਬੇ ਨੇ ਦਿੱਤਾ, ਤੇ ਬਾਬਾ ਇਹਨਾਂ ਦਾ ਜਿਹੜਾ 4 ਉਮਰ ਕੈਦਾਂ ਦੇ ਕੇਸ ਦੇ ਵਿੱਚੋਂ ਪਰੋਲ ਤੇ ਬਾਹਰ ਆ ਰਿਹਾ। ਤਾਂ ਸਾਡੀਆਂ ਸਰਕਾਰਾਂ ਫੇਰ ਸੁੱਤੀਆਂ। ਅਸੀਂ ਇਹਨਾਂ ਤੋਂ ਇਨਸਾਫ ਦੀ ਆਸ ਰੱਖਦੇ ਹਾਂ। ਸਾਡੇ ਲੋਕ ਅੱਜ ਤਰਲੋ ਮੱਛੀ ਹੋਏ ਆ ਇਹਨਾਂ ਦੀ ਸਰਕਾਰ ਬਣਾਉਣ ਦੇ ਵਿੱਚ, ਇਹਨਾਂ ਦੇ ਝੂਠੇ ਵਾਅਦਿਆਂ ਦੇ ਵਿੱਚ। ਪਰ ਜੇ ਇਹ ਉੱਥੇ ਜਾ ਕੇ ਰੁਕਦੇ ਆ, ਸਾਡੇ ਲੋਕਾਂ ਨੂੰ ਵੀ ਸਾਹ ਉਦੋਂ ਆਉਂਦਾ ਜਦੋਂ ਜਿੰਨਾ ਟਾਈਮ ਪੰਜਾਬ ਦੇ ਵਿੱਚ ਕੋਈ ਕਤਲੇਆਮ ਨਹੀਂ ਹੁੰਦਾ, ਫਿਰ ਸਾਡਾ ਏਕਾ ਹੁੰਦਾ। ਤਾਂ ਕਿਉਂ ਨਾ ਆਪਾਂ ਉਸ ਕਤਲੇਆਮ ਤੋਂ ਪਹਿਲਾਂ ਏਕਾ ਕਰ ਲਈਏ। ਜੋ ਧਰਮ ਦੀ ਬੇਅਦਬੀ ਨਿੱਤ ਹੋ ਰਹੀ ਆ, ਅੱਜ ਅਕਾਲ ਤਖਤ ਤੇ ਪਹੁੰਚੇ ਆ, ਕੱਲ ਨੂੰ ਇਹ ਗੁਰਦੁਆਰਿਆਂ 'ਚ ਤਾਲੇ ਲਵਾਤੇ। ਕਦੇ ਦੇਖਿਆ ਸੀ ਆਪਾਂ? ਗੁਰਦੁਆਰੇ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਆ ਸਾਰੇ ਧਰਮਾਂ ਦੇ ਲਈ, ਸਾਰੇ ਮਜ਼ਹਬਾਂ ਦੇ ਲਈ, ਤੇ ਉੱਥੇ ਲੰਗਰ ਪ੍ਰਸ਼ਾਦਾ ਚੱਲਦਾ ਹੈ। ਤੇ ਇਹੋ ਜਿਹੀ ਸਦੀ ਚੱਲ ਪਈ, ਇਹੋ ਜਿਹਾ ਪੰਜਾਬ 'ਚ ਦਿਖਾਂਤ ਚੱਲ ਪਿਆ, ਗੁਰਦੁਆਰੇ 'ਚ ਇੱਕ ਨਹੀਂ 4-4 ਜਿੰਦੇ ਲੱਗਦੇ ਆ। ਜਿੰਨੇ ਉਹਦੇ ਗੇਟ ਆ ਉਹਨਾਂ ਨੂੰ ਜਿੰਦੇ ਲੱਗਦੇ ਆ, ਸੱਚਖੰਡ ਨੂੰ ਅੱਡ ਲੱਗਦੇ ਆ, ਪਾਲਕੀ ਸਾਹਿਬ ਜਿੱਥੇ ਬੰਦਾ ਮਤਲਬ ਨਿਤਨੇਮ ਕਰਦੇ ਆ ਬਹਿ ਕੇ, ਉੱਥੇ ਅੱਡ ਜਿੰਦਾ ਲੱਗਦਾ। ਇਨਸਿਕਿਉਰਿਟੀ ਖੜੀ ਹੋ ਗਈ ਹੈ। ਬਿਲਕੁਲ। ਅਸੀਂ ਜਿਹੜੇ ਜਿੱਥੇ ਲੋਕਾਂ ਨੂੰ ਸੁਰੱਖਿਆ ਮਿਲਦੀ ਆ, ਜਿੱਥੇ ਧੀਆਂ ਭੈਣਾਂ ਜਾਂ ਪੰਜਾਬ ਦਾ ਜਾਂ ਹਰ ਇੱਕ ਬਸ਼ਿੰਦਾ ਆ ਕੇ ਆਪਣੇ ਆਪ ਨੂੰ ਮਹਿਫੂਜ਼ ਮਤਲਬ ਸੁਰੱਖਿਆ ਮਹਿਸੂਸ ਕਰਦਾ ਹੈ, ਤੇ ਉੱਤੇ ਹੱਥ ਜਿੰਦੇ ਲੱਗੇ ਆ। ਤੇ ਇਹ ਦੇਣ ਕਿਹਦੀ ਆ? ਇਹ ਸਾਡੇ ਲੋਕਾਂ ਦੀ ਦੇਣ ਆ, ਜਿਹੜੇ ਅਸੀਂ ਦੇਸ਼ ਨੂੰ ਚਲਾਉਣ ਵਾਲੇ, ਸਟੇਟ ਨੂੰ ਚਲਾਉਣ ਵਾਲੇ ਚੰਗੇ ਬੰਦੇ ਨਹੀਂ ਤੁਰ ਕੇ ਭੇਜਦੇ। ਕਹਿੰਦੇ ਕਿ ਨਾਗਰਿਕ ਦੇ ਅਧਿਕਾਰ ਹੁੰਦੇ ਆ, ਤੇ ਉਹਨਾਂ ਅਧਿਕਾਰਾਂ ਦੇ ਚੱਲਦਿਆਂ ਹੀ ਸਿਰਸਾ ਵਾਲੇ ਜਿਨ੍ਹਾਂ ਦੇ ਉੱਤੇ ਕਤਲ ਦੇ ਜਿਹੜੇ ਦੋਸ਼ ਆਇਦ ਹੋ ਚੁੱਕੇ ਆ, ਬਲਾਤਕਾਰੀ ਜਿਹੜਾ ਹੋਣ ਦਾ ਉਹਨਾਂ ਨੂੰ ਇੱਕ ਸੁਪਰੀਮ ਕੋਰਟ ਵੱਲੋਂ ਉਸ ਚੀਜ਼ ਦੀ ਸਜ਼ਾ ਭੁਗਤ ਰਿਹਾ, ਉਹਨਾਂ ਨੂੰ ਇਸ ਮੌਕੇ ਦੇ ਉੱਤੇ ਆ ਕੇ ਪੈਰੋਲ ਮਿਲਣੀ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਇਹ ਅਧਿਕਾਰਿਕ ਜਿਹੜੇ ਉਹਨਾਂ ਦੇ ਨਾਗਰਿਕ ਦੇ ਅਧਿਕਾਰ ਹੈ, ਜਾਂ ਫਿਰ ਸਭ ਤੋਂ ਵੱਡੀ ਉਦਾਹਰਨ ਆ ਸਾਡੇ ਪੰਜਾਬ ਦੇ ਵਿੱਚ ਹੀ ਪਈ ਆ। ਇੱਕ ਤੇ 4 ਕੇਸ ਬਲਾਤਕਾਰ ਦੇ, ਬਾਕੀ ਅਨੇਕਾਂ ਕੇਸ ਜਿਹੜੇ ਉਹਨੇ ਡੇਰੇ 'ਚ ਕੋਈ ਗਲਤ ਕੰਮ ਕੀਤੇ ਆ, ਮੈਂ ਨਹੀਂ ਕੈਮਰੇ ਤੇ ਬੋਲ ਸਕਦਾ ਜੀ। ਤਾਂ ਉਹ ਕੀ ਆ, ਉਹਨਾਂ ਦੇ ਸਜ਼ਾ ਭੁਗਤਣ ਦੇ ਬਾਵਜੂਦ ਭੁਗਤ ਰਿਹਾ ਹੈ, ਤਾਂ ਉਹਦੇ ਵਿੱਚ ਵੀ ਉਹਨੂੰ ਪਰੋਲ ਜਿਹੜੀ 20 ਦਿਨਾਂ ਦੀ 21 ਦਿਨਾਂ ਦੀ ਮਿਲ ਰਹੀ ਹੈ। ਦੂਜੇ ਪਾਸੇ ਸਾਡੇ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਹੱਕਾਂ ਦੀ ਖਾਤਰ ਚੱਲੇ ਸੀ, ਪੰਜਾਬ ਦੇ ਹੱਕਾਂ ਦੀ ਖਾਤਰ ਮੈਂ ਸਮਝਦਾ ਕਿ ਉਹਨਾਂ ਨੇ ਜਿਹੜੇ ਉਹ ਕੰਮ ਕੀਤੇ ਆ ਪੰਜਾਬ ਨੂੰ ਬਚਾਉਣ ਵਾਸਤੇ ਕੀਤੇ ਸੀ, ਤੇ ਉਹਨਾਂ ਨੇ ਪਛਤਾਪ ਨਹੀਂ ਕੀਤਾ, ਉਹਨਾਂ ਨੇ ਸਜ਼ਾ ਭੁਗਤੀ ਆ। ਜੋ ਉਹਨਾਂ ਨੇ ਕੀਤਾ, ਕਿਸੇ ਨੂੰ ਮਾਰਿਆ ਜਾਂ ਕਿਸੇ ਦਾ ਕਤਲ ਕੀਤਾ, ਪੰਜਾਬ ਦੇ ਹਿੱਤਾਂ ਲਈ ਕੀਤਾ, ਤੇ ਉਹਨਾਂ ਨੇ ਸਿੱਖ ਪੰਥ ਲਈ ਕੀਤਾ, ਤੇ ਅੱਜ ਉਹ 20-20 25-25 ਸਾਲ ਜੇਲ੍ਹਾਂ ਭੁਗਤ ਰੱਖੇ ਆ। ਕੇਸ ਕੋਈ ਨਹੀਂ ਆ, ਉੱਤੇ 4-4 ਸਾਲ ਹੋ ਚੁੱਕਿਆ, ਤੇ ਉਹਨਾਂ ਨੂੰ ਘੰਟਿਆਂ ਦੀ ਪਰੋਲ ਵੀ ਨਹੀਂ। ਇੱਥੇ ਸ਼ਰੇਆਮ ਅਦਾਲਤ ਦੇ ਵਿੱਚ ਕੇਸ ਇਹਨਾਂ ਦੇ ਚੱਲ ਰਹੇ ਆ, ਉਮਰ ਕੈਦ 4 ਆ, ਫਿਰ ਵੀ ਇਹਦਾ ਕੋਈ ਕਰੈਕਟਰ ਚੈੱਕ ਕਰਕੇ ਇਹਨੂੰ ਬਾਹਰ ਭੇਜ ਰਿਹਾ। ਪਹਿਲੀ ਗੱਲ, ਕਰੈਕਟਰ ਦੇਖੋ ਵੀ ਕਿਹੜੇ ਚਾਹੋ, ਉਹਨੂੰ ਤੁਸੀਂ ਫਿਰ ਵੀ ਸਾਫ਼ ਕਰੈਕਟਰ ਦਾ ਦੱਸ ਰਹੇ ਆ। ਜਿਹੜਾ ਗਿਆ ਹੀ ਬਲਾਤਕਾਰ ਦੇ ਅੰਦਰ ਆ, ਉਹਦਾ ਕਰੈਕਟਰ ਸਾਫ਼ ਕਿਵੇਂ ਹੋ ਜਾਊਗਾ? ਸੋ ਇਹ ਰਾਜਨੀਤਿਕ ਪ੍ਰੇਰਿਤ ਗੱਲਾਂ। ਸਾਡੇ ਇੱਥੇ ਮੈਂ ਆਪਦੇ ਲੋਕਾਂ ਨੂੰ, ਪੰਜਾਬ ਦੇ ਨੂੰ ਤਾਂ ਕਹਿਣਾ, ਕਿਉਂਕਿ ਸਾਨੂੰ ਕਿਸੇ ਨਾਲ ਗਿਲਾ ਨਹੀਂ ਆ। ਮੇਰੇ ਬਜ਼ੁਰਗ, ਮੇਰੇ ਭਰਾ, ਮੇਰੇ ਵੱਡੇ ਭੈਣ ਸਾਰੇ ਮੇਰੇ ਆਪਦੇ ਆ ਨਾ, ਅਸੀਂ ਆਪਦਿਆਂ ਤੇ ਗਿਲਾ ਕਰ ਸਕਦੇ ਹਾਂ। ਸਾਡੇ 'ਚ ਯੂਨਿਟੀ ਦਾ ਘੱਟ ਆ। ਮੈਂ ਨਾ ਇਸੇ ਗੱਲ ਤੇ ਆਉਣਾ ਚਾਹੁੰਦੀ ਸੀ ਵੀਰੇ, ਦਿੱਲੀ ਕਿਸਾਨੀ ਮੋਰਚੇ ਦੇ ਵਿੱਚ ਜਿਸ ਤਰੀਕੇ ਨਾਲ ਬੈਠੇ ਸੀਗੇ, ਔਰ ਜਿਸ ਤਰ੍ਹਾਂ ਉੱਥੇ ਝੰਡੇ ਲੱਗੇ ਸੀ, ਐਂ ਲੱਗਦਾ ਸੀ
ਪਾਰਟੀਬਾਜ਼ੀ ਸਭ ਸਿਸਟਮ ਹੀ ਖਤਮ ਹੋ ਗਿਆ, ਇਹ ਇੱਕ ਹੋ ਗਿਆ। ਰਾਜਨੀਤਿਕ ਲੋਕ ਘਰਾਂ 'ਚ ਵੜਦੇ ਸੀ ਆਪਾਂ, ਆਪਸ 'ਚ ਜਦੋਂ ਇੱਥੇ ਆਏ, ਇੱਥੇ ਹੁਣ ਸਾਰੇ ਝੰਡਿਆਂ ਦੇ ਥੱਲੇ ਫੇਰ ਆ ਗਏ। ਉੱਥੇ ਤੁਸੀਂ ਸੋਚ ਸਕਦੇ ਕਿ ਤੁਹਾਡਾ ਜਿਹੜੇ ਲੰਬਾ ਸੰਘਰਸ਼ ਜਿਹੜੇ ਨੇ ਹੋਰ ਅਜੇ ਇਹ ਤਾਂ ਦੇਖੋ ਜੀ, ਇਹ ਤਾਂ ਸੋਚਿਆ ਹੀ ਨਹੀਂਗਾ, ਇਹ ਤਾਂ ਬੈਠਣ ਦਾ ਸੋਚਿਆ ਸੀ, ਲੰਬੇ ਦਾ ਤਾਂ ਪਤਾ ਹੀ ਨਹੀਂ ਆ। ਇਹ ਵਾਹਿਗੁਰੂ ਜਾਣਦਾ, ਸਾਲ ਵੀ ਚੱਲ ਸਕਦਾ, 6 ਮਹੀਨੇ ਵੀ ਚੱਲ ਸਕਦਾ। ਇਹ ਜੇ ਆਪਾਂ ਗੱਲ ਕਰੀਏ ਵੀ ਸਰਕਾਰਾਂ ਤੇ ਡਿਪੈਂਡ ਆ, ਸਰਕਾਰਾਂ ਤੇ ਨਹੀਂ ਡਿਪੈਂਡ, ਇਹ ਤੇ ਲੋਕਾਂ ਦੇ ਇੱਕ ਤੇ ਡਿਪੈਂਡ ਆ, ਤੇ ਲੋਕਾਂ ਨੇ ਚਲਾਉਣਾ। ਇਹ ਸਾਲ ਵੀ ਚਲਾ ਸਕਦੇ ਆ, ਇਹ 2 ਸਾਲ ਵੀ ਚਲਾ ਸਕਦੇ ਆ, ਤੇ ਹੋ ਸਕਦਾ ਮੈਨੂੰ ਮੇਰੇ ਬਾਪੂ ਵਾਲੇ ਰਾਹ ਤੇ ਵੀ ਤੋਰ ਸਕਦੇ ਆ, ਇਹ 'ਚ ਕੋਈ ਦੋ ਰਾਹ ਨਹੀਂ ਆ। ਮੈਂ ਇੱਥੇ ਆਪਦੇ ਲੋਕਾਂ ਨੂੰ ਤਾਂ ਕਹਿਣਾ, ਦੇਖੋ ਅੱਜ ਤੋਂ 15-20 ਦਿਨ ਪਹਿਲਾਂ ਨਾ ਇੱਕ ਸਲਾਤਪੁਰੇ ਇਕੱਠ ਕਰਦੇ ਆ, ਮਹੀਨਾ ਪਹਿਲਾਂ ਲਾ ਲਓ ਜੀ। ਅੱਜ ਮੈਨੂੰ ਇੱਥੇ 60 ਦਿਨ ਹੋਣ ਵਾਲੇ ਆ, ਤਾਂ ਅਸੀਂ ਇੱਥੇ ਸੀਗੇ 200 ਤੋਂ 250 ਬੱਸ ਇੱਧਰਲੇ ਏਰੀਏ ਦੀ, ਜਿਹੜੀ ਇੱਥੋਂ ਇੱਧਰਲੇ ਪਾਸੇ ਦਾ ਏਰੀਆ ਮੇਰੇ ਮੂਹਰ ਦੀ ਲੰਘ ਕੇ ਸਲਾਤਪੁਰੇ ਗਈ ਆ ਜੀ। ਉਹਨਾਂ ਦੀ ਯੂਨਿਟੀ ਸੀ ਉਹ, ਕਾਹਦੇ ਵਾਸਤੇ? ਕਿਉਂਕਿ ਉਹਨਾਂ ਨੇ ਉਹ ਆਪਦਾ ਬਲਾਤਕਾਰੀ ਸਾਧ ਬਾਹਰ ਲੈ ਕੇ ਆਉਣਾ ਸੀ। ਸਾਡੀ ਯੂਨਿਟੀ ਕੀ ਕਹਿੰਦੀ ਆ? ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਇੱਥੇ ਬੇਅਦਬੀ ਹੋਵੇ ਤੇ ਬੰਦਾ ਹੋਵੇ 50 ਤੇ ਰਿਪੋਰਟ ਇੱਥੇ ਜਾਣੀ ਆ ਯਾਰ, ਇੱਥੇ ਇਹਨਾਂ ਨੂੰ ਕਿਸੇ ਨੂੰ ਕੋਈ ਦੁੱਖ ਨਹੀਂ ਆ, ਕਿਉਂਕਿ ਅੱਜ ਵੀ ਰਾਜਨੀਤਿਕ ਲੋਕਾਂ ਦੇ ਬਿਆਨ ਇਹ ਆਉਂਦੇ ਆ ਕਿ ਮੁੱਦਾ ਸਿਰਫ ਮੀਡੀਆ ਦਾ ਬਣ ਕੇ ਰਹਿ ਗਿਆ। ਸੋ ਇਹ ਸਾਨੂੰ ਆਪ ਸੋਚਣ ਦੀ ਲੋੜ ਆ। ਜਿੱਥੇ ਅਸੀਂ ਨਤਮਸਤ, ਜਦੋਂ ਸਾਡੇ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨਾ, ਜੇ ਆਪਾਂ ਗੱਲ ਕਰੀਏ ਵੀ ਕਿਤੇ ਆਪਾਂ ਨੂੰ ਪੈਸਿਆਂ ਦੀ ਲੋੜ ਆ ਜਾਂ ਕੋਈ ਜ਼ਮੀਨ 'ਚ ਘਾਟਾ ਪੈ ਗਿਆ, ਫਸਲ 'ਚ ਘਾਟਾ ਪੈ ਗਿਆ, ਤੇ ਆਪਣੇ ਕੋਲੇ ਦਰ ਸਿਰਫ ਇੱਕ ਹੁੰਦਾ, ਗੁਰੂ ਘਰ। ਉੱਥੇ ਜਾ ਕੇ ਆਪਾਂ ਆਪਣੇ ਆਪ ਨੂੰ ਮਤਲਬ ਰਿਲੈਕਸ ਫੀਲ ਕਰਦੇ ਆ, ਮੱਥਾ ਟੇਕਦੇ ਆ ਤੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਸਮੱਤ ਬਖਸ਼ੀ, ਸਾਡੇ ਘਰੇ ਮਤਲਬ ਦਾਣਾ ਪਾਣੀ ਸਾਰਾ ਕੁਝ ਆਵੇ, ਤਾਂ ਤੂੰ ਸਾਨੂੰ ਹੌਸਲਾ ਦੇ। ਉੱਥੇ ਜਾ ਕੇ ਅਸੀਂ ਜਦੋਂ ਇਹ ਅਰਦਾਸ ਕਰਦੇ ਆ ਤਾਂ ਕਿਹੜਾ ਮੂੰਹ ਲੈ ਕੇ ਜਾਂਦੇ ਆ ਯਾਰ? 2015 ਤੋਂ ਲੈ ਕੇ ਅੱਜ ਤੱਕ ਅੰਗ ਗਲੀਆਂ 'ਚ ਖਿਲਾਰੇ ਪਏ ਆ, ਅੱਜ ਤੱਕ ਖਿਲਰੀ ਜਾਂਦੇ ਆ। ਤੁਸੀਂ ਅੱਜ ਤੱਕ ਖਿਲਰਿਆ ਹੋਇਆ ਸਰੂਪ ਨਹੀਂ ਕਢਾ ਸਕੇ। ਰਣਬੀਰ ਖੱਟੜਾ ਜਾਂਚ ਕਰਨ ਵਾਲਾ ਆਫੀਸਰ ਆ, ਅਕਾਲ ਤਖਤ ਤੇ ਖੜ ਕੇ ਕਹਿੰਦਾ ਉਹੀ 2 ਬੰਦਿਆਂ ਨੂੰ, ਸਿੱਖਾਂ ਨੂੰ ਕੁੱਟਣ ਵਾਲਾ, ਉਹੀ ਮੁੜ ਕੇ ਦੋਸ਼ੀ ਪ੍ਰੇਮੀਆਂ ਨੂੰ ਬਣਾਉਣ ਵਾਲਾ, ਤੇ ਅੱਜ ਤੱਕ ਆਪਦੀ ਮਤਲਬ ਮੈਂ ਕਹੂੰਗਾ ਵੀ ਵਰਦੀ ਦਾ ਧੌਂਸ ਨਹੀਂ ਉਹ ਜਮਾ ਸਕਿਆ। ਜੇ ਕਿਸੇ ਚੋਰ ਤੋਂ ਚੋਰੀ ਮਨਾਉਣੀ ਹੋਵੇ ਤਾਂ 15-20 ਵੱਧ ਮਨਾ ਲੈਂਦੇ ਆ ਇੱਕ ਚੋਰੀ 'ਚ ਫੜ ਕੇ। ਤਾਂ ਗੁਰੂ ਸਾਹਿਬ ਦਾ ਸਰੂਪ ਚੋਰੀ ਕੀਤਾ ਹੋਇਆ ਅੱਜ ਤੱਕ ਭੈਣ ਮੇਰੀਏ ਬਰਾਮਦ ਨਹੀਂ ਕਰਾ ਸਕੇ ਇਹ ਉਹਨਾਂ ਪ੍ਰੇਮੀਆਂ ਤੋਂ ਜਿਹੜੇ ਇਹਨਾਂ ਨੇ 5 ਫੜੇ ਆ। ਤੇ ਜਾਂਚ ਨੂੰ ਇੰਨੇ ਕੁ ਘਟੀਆ ਬਸਤੇ 'ਚ ਪਾਤਾ ਕਿ ਜੇ ਕੋਈ ਕੱਲ ਨੂੰ ਇਨਵੈਸਟੀਗੇਸ਼ਨ ਕਰੂਗਾ, ਜਾਂਚ ਕੋਰਟਾਂ ਉੱਤੇ ਫੈਸਲੇ ਕਰਨੀਆਂ, ਉਹ 5 ਤੋਂ 7 ਬੰਦਿਆਂ ਤੇ ਜਾਂਚ ਰਹਿੰਦੀ ਆ। 8ਵੇਂ ਤੱਕ ਜਾਣ ਦੀ ਉਹਦੀ ਜਿਹੜੀ ਆ ਹਿੰਮਤ ਨਹੀਂ ਪੈਂਦੀ, ਕਿਉਂਕਿ ਲੂਜ਼ ਪੋਲੀ ਇੰਨੇ ਕੁ ਛੱਡਤੇ ਸੀ ਉਹ 'ਚ। ਸਾਰੀਆਂ ਪਾਰਟੀਆਂ ਨੇ ਆਪਣੇ ਤਰੀਕੇ ਨਾਲ ਬੇਅਦਬੀ ਵਾਲੇ ਮਸਲੇ ਦੇ ਉੱਤੇ, ਕਿਉਂਕਿ ਲੋਕਾਂ ਦੇ ਅੰਦਰ ਰੋਹ ਤਾਂ ਹੈ ਔਰ ਉਸ ਰੋਹ ਨੂੰ ਇਹ ਭਾਂਪ ਦੇ ਦੀ ਆ। ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ, ਕਈਆਂ ਨੇ ਸੱਤਾ ਲੈ ਲਈ, ਕਈ ਗਾਂਹ ਲੈਣ ਦੀ ਆਸ ਦੇ ਵਿੱਚ। ਬੀਜੇਪੀ ਨੇ ਹੁਣ ਜਿਹੜਾ ਉਹਦਾ ਮੈਨੀਫੈਸਟੋ ਪੇਸ਼ ਕੀਤਾ, ਉਹਦੇ ਵਿੱਚ ਫਸਟ ਪੁਆਇੰਟ ਹੈ ਕਿ ਬੇਅਦਬੀ ਵਾਲੇ ਮਸਲੇ ਤੇ ਜ਼ੀਰੋ ਟੋਲਰੈਂਸ। ਉਮੀਦ ਹੈਗੀ ਹੈ ਤੁਹਾਨੂੰ ਕੋਈ? ਦੇਖੋ ਜੀ, ਬੇਅਦਬੀ ਹੋਈ ਕਿੱਥੋਂ ਆ? ਡੇਰੇ ਵਾਲੇ ਤੋਂ। ਸਰਕਾਰ ਕਿਹਦੀ ਆ? ਸਰਸੇ ਵਾਲੇ ਹਰਿਆਣੇ ਦੇ ਵਿੱਚ ਬੀਜੇਪੀ ਦੀ, ਤੇ ਪਰਹੋਲ ਤੇ ਬਾਹਰ ਬੀਜੇਪੀ 'ਚ ਆ ਰਿਹਾ। ਸੋ ਮਜ਼ਾਕ ਹਾਸੋਹੀਣੇ ਜੇ ਆ। ਇਹਨਾਂ ਰਾਜਨੀਤਿਕ ਲੋਕਾਂ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਰਿਹਾ। ਉਹ ਚਾਹੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਹੋਵੇ, ਚਾਹੇ ਅੱਗੇ ਆ ਰਹੀ ਹੈ, ਚਾਹੇ ਅੱਗੇ ਆਉਣ ਦੀ ਦੌੜ 'ਚ ਹੈ, ਕੋਈ ਵੀ ਬੇਅਦਬੀ ਦੇ ਉੱਤੇ ਗੱਲ ਕਰਦੀ ਆ, ਸਾਨੂੰ ਉਹਨਾਂ ਤੇ ਕੋਈ ਯਕੀਨ ਨਹੀਂ ਆ। ਇਹ ਪੰਜਾਬ ਦੇ ਅਸਲ ਮੁੱਦਿਆਂ ਤੇ ਹੀ ਕੰਮ ਕਰਕੇ ਪੰਜਾਬ ਦੇ ਲੋਕਾਂ ਨੂੰ ਦਿਖਾ ਦੇਣ। ਤਾਂ ਮੈਂ ਇੱਥੇ ਦੂਸਰੀ ਬੇਨਤੀ ਪੰਜਾਬ ਦੇ ਉਹਨਾਂ ਲੋਕਾਂ ਨੂੰ, ਉਹਨਾਂ ਦਰਦ ਰੱਖਣ ਵਾਲਿਆਂ ਨੂੰ ਕਰਦਾ ਕਿ ਅੱਜ ਅੱਗ ਸਾਡੇ ਘਰ ਪਹੁੰਚੀ ਹੈ। ਅੱਜ ਸੁਖਰਾਜ 6 ਸਾਲਾਂ ਤੋਂ 6.5 ਸਾਲਾਂ ਤੋਂ ਲੜ ਰਿਹਾ, ਕਿਤੇ ਚੰਡੀਗੜ੍ਹ, ਕਦੇ ਫਰੀਦਕੋਟ, ਕਦੇ ਚੰਡੀਗੜ੍ਹ। ਤਰੀਕਾਂ ਨਿੱਤ ਪੈਂਦੀਆਂ ਸੀ, ਨਿੱਤ ਤਰੀਕ ਤੇ ਮੈਂ ਚੰਡੀਗੜ੍ਹ ਵਾਲੀ ਤੇ ਵੀ ਜਾਂਦਾ ਸੀਗਾ ਤੇ ਇੱਥੇ ਵੀ ਜਾਂਦਾ ਸੀਗਾ। 6.5 ਸਾਲ ਦਾ ਮੈਂ ਇਸੇ ਕੇਸ ਤੇ ਲੱਗਿਆ ਹੋਇਆ। ਇੱਕ ਹੋਪ ਸੀ ਵੀ ਸਰਕਾਰ ਨਵੀਂ ਬਣ ਜੂਗੀ, 6 ਮਹੀਨਿਆਂ 'ਚ ਹੱਲ ਕਰ ਦੂਗੀ, ਕਿਉਂਕਿ ਜਦੋਂ ਫਾਸਟ ਟਰੈਕ ਦੀਆਂ ਗੱਲਾਂ ਕਰਦੇ, ਸੁਪਨੇ ਦਿਖਾਉਂਦੇ ਨਾ ਆਪਾਂ ਨੂੰ ਘਰਾਂ 'ਚ ਆ ਕੇ। ਜਿਵੇਂ ਹੁਣ ਅੱਜ ਟ੍ਰੈਂਡ ਚੱਲਿਆ, 1000 ਕਹਿੰਦਾ, ਦੂਜਾ 2000 ਕਹਿੰਦਾ, ਦੂਜਾ ਮੁੜ ਕੇ 12 ਪੜ੍ਹਨ ਤੋਂ ਬਾਅਦ 20000 ਤਨਖਾਹ ਲਾ ਦਿੰਦਾ। ਕੰਮ ਤੁਸੀਂ ਕਰ ਨਹੀਂ ਰਹੇ, ਤੁਹਾਨੂੰ 20000 ਤਨਖਾਹ ਦੇ ਰਿਹਾ ਏ। ਤੇ ਜਿਹੜੇ ਇੱਥੇ ਕੰਮ ਤੁਹਾਡੇ ਕਰਦੇ ਆ 55-5500 ਤੇ 6-6000 ਤੇ ਬੀਐਡ PhD ਕਰ ਵਾਲੇ ਜਿਹੜੇ ਕੰਮ ਕਰੀ ਜਾਂਦੇ ਆ, ਤੁਸੀਂ ਉਹਨਾਂ ਨੂੰ ਤਾਂ ਪੱਕੇ ਨਹੀਂ ਕਰਦੇ। ਜਿਹੜੇ 12 ਪੜ੍ਹ ਕੇ ਉਹਨਾਂ ਨੂੰ 20000 ਕਿੱਥੋਂ ਦੇ ਦੋਗੇ? ਸੋ ਸਾਨੂੰ ਅੱਜ ਰਾਜਨੀਤੀ ਉਲਝਾ ਰਹੇ ਆ ਕਿ ਇਹ ਬੰਦਾ ਕਰਪਟ ਸੀਗਾ, ਇਹਨੂੰ ਅਸੀਂ ਰੋਕਾਂਗੇ, ਤੁਸੀਂ ਸਾਨੂੰ ਵੋਟਾਂ ਪਾਓ। ਤੁਸੀਂ ਕਰੈਕਟਰ ਤੇ ਜਾ ਰਹੇ ਹੋ, ਤੁਸੀਂ ਕੰਮਾਂ ਤੇ ਨਹੀਂ ਜਾ ਰਹੇ। ਰਾਜਨੀਤੀ ਇੰਨੀ ਮਾੜੀ ਲੈ ਕੇ ਆ ਰਹੇ ਆ। ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਆ। ਪਾਰਟੀਆਂ ਆਉਂਦੀਆਂ ਰਹਿਣੀਆਂ, ਆਪਦੀ ਭਾਈਚਾਰਕ ਸਾਂਝ ਤੇ ਧਾਰਮਿਕ ਸਾਂਝ ਹੈ ਜਿਹੜੀ ਪੰਜਾਬ ਸਦੀਆਂ ਤੋਂ ਜਿਹੜਾ ਇੱਕ ਵਿਰਾਸਤ ਦੇ ਨਾਲ ਜਿਉਂਦਾ ਆਇਆ, ਸਾਂਝਾ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ, ਉਹ ਸਾਨੂੰ ਬਰਕਰਾਰ ਰੱਖਣੀ ਚਾਹੀਦੀ ਆ। ਤੇ ਰਾਜਨੀਤਿਕ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੱਕ ਤੇ ਧਾਰਮਿਕ ਮੁੱਦਿਆਂ 'ਚੋਂ ਪਾਸੇ ਕੱਢ ਕੇ ਰੱਖਣਾ ਚਾਹੀਦਾ। ਪਤਾ ਨਹੀਂ ਇਹ ਗੱਲ ਤੁਹਾਨੂੰ ਤਕਲੀਫ ਦਊਗੀ ਜਾਂ ਮੇਰੇ ਮਨ 'ਚ ਸਵਾਲ ਜ਼ਰੂਰ ਆਇਆ ਹੈ। ਜਦੋਂ ਦਿੱਲੀ ਅਸੀਂ ਬੈਠੇ ਹੋਏ ਸੀ ਤੇ ਪਿੱਛੇ ਚਾਹੇ ਸਾਡੇ ਆਪਣੇ ਵਿਦੇਸ਼ 'ਚ ਬੈਠੇ, ਚਾਹੇ ਪੰਜਾਬ 'ਚ, ਸਭ ਦਾ ਦਿਲ ਲਾਉਂਦਾ ਸੀ ਤੇ ਸ਼ਾਮ ਤੱਕ ਨਾ ਕਾਲ ਕਰ ਕਰਕੇ ਪੁੱਛਦੇ ਹੁੰਦੇ ਸੀ ਵੀ ਕਿਵੇਂ ਆ, ਮੀਂਹ ਪੈ ਗਿਆ, ਤੁਹਾਡਾ ਤੰਬੂ ਤਾਂ ਨਹੀਂ ਚੋਣ ਲੱਗ ਗਿਆ ਜਾਂ ਠੰਡ ਹੋ ਗਈ ਆ। ਇੱਥੇ ਹੁਣ ਚੋਣਾਂ ਦਾ ਦੌਰ ਆ ਔਰ ਸਾਰੇ ਭੱਜ ਦੌੜ ਹੋਈ ਜਾਂਦੀ ਆ। ਇਹਦੇ ਵਿੱਚ ਕਦੇ ਤੁਹਾਨੂੰ ਕੋਈ ਵਿਦੇਸ਼ 'ਚੋਂ ਜਾਂ ਇੱਥੋਂ ਕੋਈ
ਫੋਨ ਫਾਨ ਆਉਂਦੇ ਆ ਦਿਨੇ ਵੀ ਬਾਈ ਕਿਵੇਂ ਕਿਸ ਚੀਜ਼ ਦੀ ਲੋੜ ਤਾਂ ਨਹੀਂ, ਜਾਂ ਕੋਈ ਵੱਡਾ ਇਕੱਠ ਕਰੀਏ ਜਾਂ ਬੈਠੀਏ, ਕਦੇ ਕੋਈ? ਨਹੀਂ ਸਾਡੇ ਆਪਣੇ ਪਤਾ ਕੀ ਕਰਦੇ ਆ ਜੀ, ਇੱਕ ਸ਼ਾਨ ਨਾਲ ਲਾਉਂਦੇ ਆ ਪਹਿਲਾਂ, ਉਹ ਮੇਰੇ ਤੇ ਲੱਗਿਆ ਵਾ ਹਜੇ। ਕਿਉਂਕਿ ਬਗਰਾੜੀ ਦੇ ਵਿੱਚ ਕੀ ਹੋਇਆ ਸੀ, ਜਦੋਂ ਮੋਰਚਾ ਚੱਕਿਆ ਜਾਂਦਾ ਲੋਕਾਂ ਦੇ ਵਿੱਚ ਨਿਰਾਸ਼ਤਾ ਹੁੰਦੀ ਆ। ਹਾਂ, ਅੱਜ ਸਖਰਾਜ 2 ਮਹੀਨੇ ਦਾ ਬੈਠਾ ਨਾ, ਤਾਂ ਜਿਹੜਾ ਘਰੇ ਬੰਦਾ ਬੈਠਾ ਉਹ ਸੋਚਦਾ ਹੈ ਕਿ ਅੱਜ ਇਹਨੂੰ 10 ਦਿਨ ਹੋ ਗਿਆ, ਬਸ ਇਹ 15 ਦਿਨਾਂ ਤੇ ਉੱਠ ਖੜੂਗਾ। 15ਵਾਂ ਟੱਪ ਜਾਂਦਾ ਜਦੋਂ, ਉਹ ਫਿਰ ਇਹ ਤਾਂ 20 ਤੇ ਉੱਠ ਖੜਨਾ ਇਹਨੇ। ਇਹ ਗੱਲਾਂ ਪਹੁੰਚਦੀਆਂ ਤੁਹਾਡੇ ਤੱਕ? ਪਹੁੰਚਦੀਆਂ ਭੈਣੇ, ਪਹੁੰਚਦੀਆਂ, ਸਾਰਾ ਕੁਝ ਪਹੁੰਚਦਾ। ਮਨ ਦੁਖੀ ਹੁੰਦਾ? ਮਨ ਦੁਖਦਾ ਵੀ ਆ, ਟੁੱਟਦਾ ਵੀ ਆ ਯਾਰ, ਕਿਹਦੇ ਲਈ ਹੈ ਨਾ, ਆਪਾਂ ਕਿਹਦੇ ਲਈ ਬੈਠੇ ਆ। ਤੁਸੀਂ ਚੰਗਾ ਭਲਾ ਵਿਦੇਸ਼ ਦੇ ਵਿੱਚ, ਸੌਰੀ ਵੀਰੇ ਮੈਂ ਤੁਹਾਨੂੰ ਬਹੁਤ ਭਾਵੁਕ ਕਰ ਦਿੱਤਾ, ਵਿਦੇਸ਼ ਦੇ ਵਿੱਚ ਚੰਗਾ ਭਲਾ ਰੋਜ਼ੀ ਰੋਟੀ ਕਮਾਉਂਦੇ ਸੀ, ਕਿਤੇ ਟੁੱਟ ਕੇ ਆਉਣਾ ਪਿਆ, ਇਕੱਲੇ ਪਿਓ ਦੀ ਖਾਤਰ ਨਹੀਂ, ਤੁਹਾਨੂੰ ਐ ਲੱਗਿਆ ਵੀ ਅੱਗ ਹੋਰਾਂ ਘਰਾਂ ਤੱਕ ਪਹੁੰਚ ਸਕਦੀ ਆ, ਫਿਰ ਤਕਲੀਫ ਹੁੰਦੀ ਜਦੋਂ ਇਦਾਂ ਦੀਆਂ ਗੱਲਾਂ ਪਹੁੰਚਦੀਆਂ? ਭੈਣੇ ਤਕਲੀਫ ਤਾਂ ਅੱਜ ਜਿਹੜੀ ਹੁੰਦੀ ਹੈ ਨਾ, ਜਿਹੜੇ ਹੰਢਾ ਰਹੇ ਆ, ਹੋ ਸਕਦਾ ਹੈ ਜੇ ਸਖਰਾਜ 2015 ਚ ਉੱਠਿਆ ਵਾ, ਚੱਲ ਰਿਹਾ, ਤਾਂ ਜੇ ਅਗਲੇ ਦੇ ਕਿਸੇ ਦੇ ਘਰੇ ਆਈ ਤਾਂ ਉੱਠਣਗੇ ਨਹੀਂ। ਜੇ ਅੱਜ ਨਾ ਉੱਠੇ ਆਪਾਂ, ਫਿਰ ਉੱਠ ਨਹੀਂ ਸਕਦੇ ਤੁਸੀਂ, ਤੁਹਾਨੂੰ ਘਰੇ ਆ ਕੇ ਠੋਕਿਆ ਕਰਨਗੇ, ਘਰੇ ਆ ਕੇ ਤੁਹਾਡੇ ਸਾਹਮਣੇ, ਜਿਵੇਂ 84 ਚ ਕਿਹੜਾ ਹੋਇਆ ਨਹੀਂ, ਜੇ ਤੁਸੀਂ ਉੱਠੇ ਹੋ ਤਾਂ ਫੇਰ ਹੀ ਬਚੇ ਹੋ, ਤੇ ਉਹ ਤੁਹਾਡੇ ਤੇ ਮਾੜੇ ਹਾਲ ਹੋਣਗੇ। ਮੇਰਾ ਕੀ ਸੀਗਾ, ਮੇਰਾ ਬਾਪ ਦਾ ਕਤਲ ਹੋਇਆ ਤਾਂ ਮੈਨੂੰ ਉਦੋਂ ਵੀ ਓਪਰਚੁਨਿਟੀਆਂ ਬਹੁਤ ਸੀਗੀਆਂ 2015 ਦੇ ਵਿੱਚ, ਜਿਹੜੇ ਅੱਜ ਮੇਰੇ ਤੇ ਵਿਕਿਆ ਬੈਠਿਆ, ਜਾਂ ਇੱਥੇ ਕਹਿੰਦੇ ਆ ਕਿਸੇ ਦੇ ਨਾਲ ਮੇਲ ਜੋਲ ਕਰਕੇ ਬੈਠੇ ਦੀ ਗੱਲ ਕਰਦੇ ਆ ਨਾ, ਤਾਂ ਮੈਂ ਉਹਨਾਂ ਨੂੰ ਇੱਕੋ ਇੱਕ ਸਵਾਲ ਕਰਦਾ ਕਿ ਬਾਈ ਜੇ ਇਹ ਗੱਲਾਂ ਕਰਨੀਆਂ ਸੀਗੀਆਂ ਨਾ, ਤਾਂ ਸੁਖਰਾਜ 2015 ਦੇ ਵਿੱਚ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਕਰ ਸਕਦਾ ਸੀਗਾ। ਜਿਹੜਾ ਅੱਜ ਜੇ ਮੈਂ ਆਪਦੀ ਗੱਲ ਕਰਾਂ ਵੀ ਅੱਜ ਮੈਂ ਆਪਦੀ ਗੱਲ ਕਰਦਾ, ਅੱਜ ਉਹ ਚੀਜ਼ਾਂ ਨਹੀਂ ਆ ਜੀ। ਅੱਜ ਨਹੀਂ ਸਾਨੂੰ ਉਹ ਚੀਜ਼ਾਂ, ਅੱਜ ਤੁਸੀਂ ਇਹ ਦੇਖੋ ਵੀ ਜੇ 2015 ਚ ਹੀ ਮੈਂ ਚੱਲ ਪੈਂਦਾ ਤਾਂ ਫਿਰ ਤੁਸੀਂ ਅੱਜ ਇੱਥੇ ਬੈਠਣ ਦੀ ਕੀ ਲੋੜ ਸੀ ਮੈਨੂੰ। ਮੇਰੇ ਕੋਲੇ ਵੀ ਚੰਗੀਆਂ ਗੱਡੀਆਂ ਹੁੰਦੀਆਂ, ਚੰਗੀ ਗੱਲ ਹੁੰਦੀ, ਕਿਉਂਕਿ ਬਾਪੂ ਤਾਂ ਮੁੜਨਾ ਨਹੀਂਗਾ। ਪਰ ਜਿਹੜੇ ਵੀਰੇ ਜਦੋਂ ਤੁਸੀਂ ਇੱਥੇ ਬੈਠਦੇ ਆ, ਜਿਵੇਂ ਹੁਣ ਵੀ ਚਲੋ ਅਸੀਂ ਪਰੇਸ਼ਾਨ ਹੋ ਗਏ, ਮੈਨੂੰ ਵੀ ਤਕਲੀਫ ਹੋਈ ਕਿਉਂਕਿ ਮੈਂ ਇਸ ਧਰਤੀ ਦੇ ਉੱਤੇ ਪਹਿਲੀ ਵਾਰੀ ਸਜਦਾ ਕਰ ਰਹੀ ਆ। ਤਾਕਤ ਕਿਹੜੀ ਚੀਜ਼ ਦਿੰਦੀ ਜਦੋਂ ਇਹੋ ਜਿਹੀਆਂ ਗੱਲਾਂ ਪਹੁੰਚਦੀਆਂ? ਤਾਕਤ ਕਿਹੜੀ ਚੀਜ਼ ਦਿੰਦੀ ਇੱਥੇ ਬੈਠੇ ਰਹਿਣ ਦੀ? ਜਦੋਂ ਇੱਥੋਂ ਲੰਘਦੇ ਆ ਯਾਦ ਆ ਜਾਂਦਾ ਵੀ ਇੱਥੇ ਖੂਨ ਡੁੱਲਿਆ ਸੀਗਾ, ਤੇ ਫਿਰ ਤਗੜੇ ਹੋ ਜਾਂਦੇ। ਇੱਥੋਂ ਲੰਘ ਨਹੀਂ ਹੁੰਦਾ ਭੈਣ ਮੇਰੇ, ਬੈਠਣਾ ਉਸ ਜਗ੍ਹਾ ਤੇ ਪੈਂਦਾ। ਇੱਥੋਂ ਲੰਘਦਾ ਹੁੰਦਾ ਸੀ ਮੈਂ, ਲੰਘ ਨਹੀਂ ਹੁੰਦਾ ਮੇਰੇ ਤੋਂ। ਮੈਂ ਨਿੱਤ ਲੰਘਦਾ ਸੀ ਤਰੀਕ ਤੇ ਜਾਂਦਾ ਵੀ ਬਾਪੂ ਅੱਜ ਫੈਸਲਾ ਆਊਗਾ। ਪਰ ਸਾਡੇ ਲੋਕ ਆ, ਕੋਈ ਗੱਲ ਨਹੀਂ, ਮੇਰੇ ਆਪਦੇ ਆ, ਲਾ ਲੈਣ ਦਿਓ। ਅੱਜ ਨਹੀਂ, ਵਾਹਿਗੁਰੂ ਜ਼ਰੂਰ ਸਮੱਤ ਬਖਸ਼ੂਗਾ, ਮਹੀਨੇ ਨੂੰ 2 ਮਹੀਨਿਆਂ ਨੂੰ ਬੂਰ ਪਊਗਾ, ਸਾਨੂੰ ਇਨਸਾਫ ਜ਼ਰੂਰ ਮਿਲੂਗਾ। ਮੈਂ ਅੱਜ ਵੀ ਕਹਿੰਦਾ ਇਨਸਾਫ ਮਿਲੂਗਾ ਵੀ ਇਹਨਾਂ ਲੋਕਾਂ ਚੋਂ, ਜਿਹੜੇ ਅੱਜ ਮੇਰੇ ਤੇ ਉਂਗਲਾਂ ਚੱਕਦੇ ਆ, ਜਾਂ ਕਹਿੰਦੇ ਆ, ਜਾਂ ਨਹੀਂ ਆਉਂਦੇ, ਜਾਂ ਹਜੇ ਕਹਿੰਦੇ ਹੋਣਗੇ ਬਈ ਕੀ ਪਤਾ ਨੇ ਹੋਰ 10 ਦਿਨਾਂ ਨੂੰ ਉੱਠ ਖੜਨਾ, ਜਾਂ ਹਜੇ ਸੋਚਦੇ ਹੋਣਗੇ ਵੋਟਾਂ 20 ਤਰੀਕ ਤੱਕ, ਵੋਟਾਂ ਲੰਘ ਲੈਂਦੇ ਨੇ ਉੱਠ ਖੜਨਾ, ਕਿਸੇ ਪਾਰਟੀ ਨੂੰ ਵੋਟਾਂ ਪਾਉਣ ਮਾਰਾ ਬੈਠਾ ਹੋਣਾ। ਮੈਂ ਉਹਨਾਂ ਨੂੰ ਸਵਾਲ ਕਰਦਾ ਵੀ 15 ਚ ਬੇਅਦਬੀ ਹੋਈ, ਅਕਾਲੀਆਂ ਦੀ ਸਰਕਾਰ, 17 ਚ ਕਾਂਗਰਸ ਦੀ ਬਣ ਕੇ ਆਈ, ਅੱਜ ਕਾਂਗਰਸ ਤੇ ਅਕਾਲੀ ਪਾਰਟੀ ਲੜ ਰਹੀ ਹੈ। ਝਾੜੂ ਵਾਲੇ ਜਿਹੜੇ ਕਦੇ ਮੇਰੇ ਮਤਲਬ ਉਸ ਦਾਇਰੇ 'ਚ ਹੀ ਹੈ ਨਹੀਂਗੇ, ਉਹਨਾਂ ਦਾ ਮੈਂ ਕੀ ਫਾਇਦਾ ਕਰਨਾ, ਹੈ ਨਾ। ਤੇ ਜਿਹੜੇ ਤੁਸੀਂ ਦੋ ਫਾਇਦੇ ਵਾਲੇ ਹੋ, ਤੁਹਾਡਾ ਦੋਨਾਂ ਪਾਰਟੀਆਂ ਦੇ ਮੈਂ ਅਗੇਂਸਟ ਬੈਠਾ। ਜੇ ਕਿਸੇ ਮੈਂ ਇੱਕ ਵਿਅਕਤੀ ਨੇ ਬਿਠਾਇਆ ਤਾਂ ਉਹ ਇੱਕ ਵਿਅਕਤੀ ਇਕੱਲਾ ਐਮਐਲਏ ਬਣ ਕੇ ਕੀ ਕਰ ਲੂਗਾ? ਸਾਨੂੰ ਆਪ ਸੋਚਣ ਦੀ ਲੋੜ ਆ। ਮੈਂ ਦੋਨਾਂ ਪਾਰਟੀਆਂ ਦੇ, ਮੈਂ ਇਹਨਾਂ ਰਾਜਨੀਤਿਕ ਲੋਕਾਂ ਦੇ ਖਿਲਾਫ ਨਹੀਂ ਆ ਬਾਈ, ਮੈਂ ਸਿਸਟਮ ਦੇ ਖਿਲਾਫ ਆ। ਜਿਹੜੇ ਸਿਸਟਮ 'ਚੋਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਉਹਨਾਂ ਦੇ ਅਸੀਂ ਖਿਲਾਫ ਆ। ਸਾਨੂੰ ਉਹ ਸਿਸਟਮ ਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਆ। ਜਦੋਂ ਘਰੇ ਜਾਂਦੇ ਆ, ਉਹ ਅੱਖਾਂ ਵੀ ਕਿਤੇ ਨਾ ਕਿਤੇ ਵੇਟ ਕਰਦੀਆਂ ਹੋਣਗੀਆਂ ਵੀ ਅੱਜ ਕੋਈ ਆਇਆ, ਕੋਈ ਆਸ ਬੱਝੀ ਆ, ਉਹਨਾਂ ਚੀਜ਼ਾਂ ਦੇ ਕਦੇ ਸਵਾਲ ਹੁੰਦੇ, ਫਿਰ ਜਵਾਬ ਦਿੰਨੇ ਘਰੇ? ਘਰ ਦੇ ਮਤਲਬ ਜੇ ਮੈਂ ਰਿਸ਼ਤੇ ਦੀ ਗੱਲ ਕਰਾਂ, ਮੈਂ 6 ਸਾਲ ਤੋਂ ਕਿਸੇ ਦੇ ਟੱਚ 'ਚ ਨਹੀਂ ਆ। ਮੈਂ ਆਪਦਾ ਪਰਿਵਾਰ ਛੱਡਿਆ ਹੋਇਆ। ਮੈਂ 6 ਸਾਲ ਦਾ ਕਿਸੇ ਖੁਸ਼ੀ ਗਮੀ 'ਚ ਆਪਦੇ ਮਤਲਬ ਰਿਸ਼ਤੇਦਾਰਾਂ, ਮਾਸੀਆਂ, ਭੂਆ 'ਚ ਮੈਂ ਸ਼ਰੀਕ ਨਹੀਂ ਹੁੰਦਾ। ਪਰ ਇਸ ਕਿਉਂਕਿ ਨੂੰ ਤਾਂ ਫੇਸ ਕਰਨਾ ਪੈਂਦਾ, ਜਿਹੜਾ ਇਹ ਜ਼ਿਆਦਾ ਕਰਨਾ ਪੈਂਦਾ, ਜਿਹੜਾ ਇੱਕ ਤੁਸੀਂ ਕਿਹਾ ਕਿ ਇਸ ਚੀਜ਼ ਦੇ ਦਾਇਰੇ 'ਚੋਂ ਲੰਘ ਕੇ ਤੁਸੀਂ ਇੱਕ ਕਹਿੰਦੇ ਵੀ ਆਪਦੇ ਬਾਪ ਨੂੰ ਰੂਬਰੂ ਹੋ ਕੇ ਤੁਸੀਂ ਵੜਦੇ ਆ ਘਰੇ, ਤੇ ਫਿਰ ਇੱਕ ਤੰਬੂ। ਅੱਜ 60 ਦਿਨ ਹੋ ਚੱਲਿਆ, 59 ਦਿਨ ਹੋ ਗਏ ਮੈਨੂੰ ਬੈਠੇ ਨੂੰ, ਤਾਂ ਮੈਂ ਰਾਤ ਨੂੰ ਜੇ ਸੈਰ ਕਰਦਾ ਹਾਂ ਨਾ, ਮੈਂ ਤਾਂ ਇੱਥੋਂ ਸੈਰ ਨਹੀਂ ਹੁੰਦੀ, ਮੈਂ ਇੱਧਰ ਘੁੰਮਦਾ। ਮੇਰੇ ਆਪਦੇ ਹੀ ਆ, ਕੋਈ ਗੱਲ ਨਹੀਂ, ਮੈਨੂੰ ਕੋਈ ਦੁੱਖ ਨਹੀਂ ਆ। ਜ਼ਰੂਰ ਆਉਣਗੇ, ਅੱਜ ਨਹੀਂ ਕੱਲ੍ਹ ਨੂੰ, ਭੁੱਲੇ ਆ ਜ਼ਰੂਰ ਆ ਜਾਣਗੇ, ਪਰ ਸਾਨੂੰ ਇਨਸਾਫ ਮੈਂ ਫਿਰ ਵੀ ਕਹਿੰਦਾ ਵੀ ਇਹਨਾਂ ਲੋਕਾਂ ਨੇ ਲੈ ਕੇ ਦੇਣਾ, ਇਹਨਾਂ ਲੋਕਾਂ 'ਚੋਂ ਹੀ ਇਨਸਾਫ ਮਿਲਣਾ। ਕਿਉਂਕਿ ਹੌਲੀ ਹੌਲੀ ਜਦੋਂ ਅਸਲ 'ਚ ਮੈਂ ਉਹ ਗੱਲ ਇੱਥੇ ਬੈਠੇ ਸੀ ਕਰਦੇ ਹੁੰਦੇ ਨਾ ਵੀ ਸਾਡੇ ਲੋਕ ਕੀ ਚਾਹੁੰਦੇ ਆ, ਸਾਡੇ ਲੋਕ ਇੱਕ ਮੌਤ ਚਾਹੁੰਦੇ ਆ। ਹੋ ਸਕਦਾ ਇਦੋਂ ਅਗਲੀ ਇਨਸਾਫ ਵਾਲੀ ਮੌਤ ਮੈਂ ਵੀ ਬਣ ਜਾ ਇਹਨਾਂ ਵਾਸਤੇ, ਕਿਉਂਕਿ ਉਹ ਇਹ ਚਾਹੁੰਦੇ ਆ ਵੀ
ਜਿੰਨਾ ਚਿਰ ਕੋਈ ਮਰਦਾ ਨਹੀਂ ਉਹਨਾਂ ਚਿਰ ਇਕੱਠ ਨਹੀਂ ਹੁੰਦਾ। ਉਹ ਚਾਹੇ ਗੁਰਬਖਸ਼ ਸਿੰਘ ਸੀਗੇ, ਬੰਦੀ ਸਿੰਘਾਂ ਤੇ ਬੈਠੇ ਸੀ, ਉਹਨਾਂ ਨੂੰ ਮਰ ਕੇ ਜਾਣ ਦੇਣੀ ਪਈ। ਬਾਪੂ ਸੂਰ ਸਿੰਘ ਆ ਆਪਣੇ ਕੋਲੇ, ਸਾਰਾ ਕੁਝ ਸਾਹਮਣੇ ਪਿਆ। ਤਾਂ ਮੈਂ ਇਹ ਕਦਮ ਜਿਹੜਾ ਚੁੱਕਿਆ ਸੋਚ ਸਮਝ ਕੇ ਚੁੱਕਿਆ। ਮੈਨੂੰ ਪਤਾ ਇਹ ਗੱਲ ਦਾ ਵੀ ਇਹਦਾ ਨਤੀਜਾ, ਪਰ ਕੋਈ ਗੱਲ ਨਹੀਂ। ਫਿਰ ਉਹੀ ਕਹਿੰਦਾ ਵੀ ਮੇਰੀ ਕੌਮ ਨੂੰ ਇਨਸਾਫ ਮਿਲ ਜੇ, ਮੇਰੇ ਗੁਰੂ ਦੀ ਬੇਅਦਬੀ ਹੁਣੋਂ ਹਟ ਜੇ, ਸਕਰਾਜ ਵਰਗੇ ਤਾਂ ਹੋਰ ਪੈਦਾ ਹੋ ਜਾਣਗੇ। ਵੀਰੇ ਮੈਂ ਤੁਹਾਡੇ ਕੋਲੋਂ ਲਾਸਟ ਸਵਾਲ ਇਹ ਪੁੱਛਦੀ ਹਾਂ ਜਾਂ ਸੁਨੇਹਾ ਲੈਣਾ ਚਾਹੁੰਦੀ ਹਾਂ। ਜਦੋਂ ਬੇਅਦਬੀ ਹੁੰਦੀ ਹੈ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਤੁਸੀਂ ਬਾਈਬਲ ਕਲਾਂ ਦੇ ਇੱਥੇ ਅੱਡੇ ਦੇ ਉੱਤੇ ਬੈਠੇ ਹੋ, ਡੋਰ ਤੇ ਬੈਠੇ ਹੋ, ਤੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਇਨਸਾਨ ਦਾ ਜਿਹੜਾ ਵੀ ਕਿਸੇ ਧਰਮ ਦਾ ਸਤਿਕਾਰ ਕਰਨ ਗਿੱਝਾ ਹੋਇਆ, ਹਰ ਇੱਕ ਦਾ ਦਿਲ ਦੁਖਿਆ ਸੀ। ਇਸ ਵੇਲੇ ਜਦੋਂ ਸਾਰੇ ਦੇ ਸਾਰੇ ਚੋਣਾਂ ਦੇ ਵਿੱਚ ਭੁੱਲੇ ਪਏ ਆ ਕਿ ਬਾਈਬਲ ਕਲਾਂ ਦੇ ਗੇਟ ਦੇ ਉੱਤੇ ਕੋਈ ਬੱਚਾ ਜਿਹੜਾ ਆਪਣੇ ਪਿਓ ਦਾ ਜਿੱਥੇ ਖੂਨ ਡੁੱਲਿਆ ਉਹਦੇ ਨੇੜੇ ਹੀ ਬੈਠਾ ਹੋਇਆ ਕਿਤੇ, ਉਹਨਾਂ ਸਭ ਦੇ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਇਸ ਵੇਲੇ ਜਦੋਂ ਵੋਟਾਂ ਦੇ ਰੌਲੇ ਗੋਲੇ 'ਚ ਉਹਨਾਂ ਨੂੰ ਸ਼ਾਇਦ ਭੁੱਲ ਗਏ ਹੋਵੋਂ? ਮੈਂ ਆਪਣੇ ਉਹ ਪੰਜਾਬੀਆਂ ਨੂੰ ਯਾਦ ਕਰਦਾ ਭੈਣੇ। ਜਦੋਂ ਮੈਂ ਜਦੋਂ ਬਾਪੂ ਦੀ ਲਾਸ਼ ਇੱਥੇ ਪਈ ਸੀ ਤਾਂ ਮੈਂ ਵਿਦੇਸ਼ ਸੀਗਾ। ਮੈਂ ਪੰਜਾਬ 'ਚ ਐਂਟਰ ਹੋਇਆ ਸੀ, ਸਾਰੇ ਪੰਜਾਬ 'ਚ ਧਰਨੇ ਲੱਗੇ ਹੋਏ ਸੀ। ਤਾਂ ਮੈਂ ਜਦੋਂ ਪਹਿਲੀ ਪੰਜਾਬ 'ਚ ਐਂਟਰ ਹੁੰਨਾ ਤਾਂ ਧਰਨੇ ਵਾਲੇ ਮੋੜ ਦਿੰਦੇ ਆ ਸਾਡੀ ਗੱਡੀ ਨੂੰ। ਤਾਂ ਮੈਂ ਵੀ ਉੱਥੇ ਡਰਿਆ ਹੁੰਨਾ ਕਿਉਂਕਿ ਪੁਲਿਸ ਹੁੰਦੀ ਆ। ਮੈਨੂੰ ਨਹੀਂ ਪਤਾ ਹੁੰਦਾ ਵੀ ਪੰਜਾਬ 'ਚ ਕੀ ਹਾਲਾਤ ਆ। ਤੇ ਮੇਰੇ ਪਿਓ ਨੂੰ ਪੁਲਿਸ ਨੇ ਮਾਰਿਆ ਤੇ ਮੈਨੂੰ ਉਦੋਂ ਪੁਲਿਸ ਇੱਕ ਦੁਸ਼ਮਣ ਦੀ ਨਿਗਾਹ ਹੀ ਲੱਗਦੀ ਆ ਵੀ ਮੈਨੂੰ ਵੀ ਮਾਰ ਸਕਦੇ ਆ। ਅਸੀਂ ਗੱਡੀ ਪਿੱਛੇ ਕਰ ਲੈਂਦੇ ਆ, ਦੂਜੇ ਪਾਸੇ ਫਿਰ ਮੁੰਡਾ ਗੱਡੀ ਵੜਨ ਲੱਗਦਾ, ਉੱਥੇ ਵੀ ਧਰਨਾ ਹੁੰਦਾ ਕਿਉਂਕਿ ਪੰਜਾਬ ਦੇ ਸਾਰੇ ਬਾਰਡਰ ਸੀਲ ਸੀਗੇ ਜੀ। ਤਾਂ ਜਦੋਂ ਮਤਲਬ ਸਾਡਾ ਘੰਟਾ ਕੁ ਖਰਾਬ ਹੁੰਦਾ ਨਾ, ਮੇਰੇ ਪਹਿਲਾ ਸਫ਼ਰ ਸੀਗਾ ਦਿੱਲੀ ਤੋਂ ਪੰਜਾਬ ਵਾਲਾ, ਜਿਹੜਾ 8 ਤੋਂ ਵੈਸੇ 6 ਘੰਟੇ 8 ਘੰਟਿਆਂ ਦਾ ਸਫ਼ਰ ਆ। ਤਾਂ ਮੈਨੂੰ ਉਹਦੇ 'ਚ 12-13 ਘੰਟੇ ਲੱਗੇ ਸੀ ਪਿੰਡ ਪਹੁੰਚਣ ਤੇ। ਤਾਂ ਮੈਂ 12-13 ਘੰਟੇ ਆਪ ਮਤਲਬ ਅੱਧੇ ਰਾਹ 'ਚ ਆਪ ਗੱਡੀ ਵੀ ਚਲਾਈ ਹੈ ਨਾ ਜੀ। ਕਾਰਨ ਇਹ ਸੀਗਾ ਜਦੋਂ ਅਸੀਂ ਪੰਜਾਬ 'ਚ ਐਂਟਰ ਹੁੰਨੇ ਆ ਨਾ ਤਾਂ ਮਤਲਬ 2 ਧਰਨੇ ਤੋਂ ਵਾਪਸ ਜਾਂਦੇ ਆ, ਤੀਜੇ 'ਚ ਮੈਂ ਉੱਤਰ ਜਾਂਦਾ। ਮੇਰੇ ਨਾਲ ਦੇ ਮੁੰਡੇ ਮੈਨੂੰ ਉੱਤਰ ਨਹੀਂ ਦਿੰਦੇ, ਕਹਿੰਦੇ ਨਹੀਂ ਯਾਰ, ਕਹਿੰਦੇ ਤਾਂ ਆਹ ਗੱਲ ਹੋ ਗਈ, ਮਾਰ ਦੇਣਗੇ। ਮੈਂ ਉੱਤਰ ਕੇ ਉਹ ਬੰਦੇ ਕਹਿੰਦੇ ਬਈ ਅਸੀਂ ਨਹੀਂ ਜਾਣ ਦੇਣਾ ਕਿਸੇ ਨੂੰ ਮਤਲਬ ਧਰਨੇ 'ਚ। ਮੈਂ ਕਿਹਾ ਜੀ ਕੀ ਗੱਲ ਹੋ ਗਈ ਹੈ ਨਾ, ਮਤਲਬ ਅਸੀਂ ਜਾਣਾ ਜ਼ਰੂਰੀ ਆ। ਸਾਡੇ ਕਹਿੰਦੇ ਸਿੰਘ ਸ਼ਹੀਦ ਕਰਤੇ, ਕਹਿੰਦੇ ਇਸ ਮਤਲਬ ਲੋਕਾਂ ਨੇ ਮਤਲਬ ਆਵਾਜ਼ ਚੱਕੀ ਵੀ ਸਾਡੇ ਉੱਤੇ ਬੇਅਦਬੀ ਹੋ ਗਈ ਤੇ ਸਿੰਘ ਸ਼ਹੀਦ ਹੋ ਗਏ, ਉਹਨਾਂ ਦੇ ਪਰਿਵਾਰਾਂ ਨੇ ਬਾਹਰੋਂ ਆਉਣਾ। ਤੇ ਮੈਂ ਉੱਤੇ ਉਹਨਾਂ ਦੇ ਮਤਲਬ ਪੈਰੀਂ ਪੈ ਗਿਆ। ਮੈਂ ਕਿਹਾ ਬਾਈ ਉਹ ਮੈਂ ਹੀ ਆ ਯਾਰ, ਮੈਂ ਹੀ ਆਪਦੇ ਬਾਪੂ ਨੂੰ ਦੇਖਣਾ। ਤਾਂ ਉਹਨਾਂ ਨੇ ਮੈਨੂੰ ਚੱਕ ਲਿਆ। ਫਿਰ ਮੇਰੇ ਮੂਹਰੇ ਮਤਲਬ ਉਹ ਧਰਨੇ ਤੋਂ ਉਹਨਾਂ ਨੇ ਆਪਦੀਆਂ ਦਰੀਆਂ ਪਾਸੇ ਉੱਤੇ ਹੋਵੇਂ ਦਰੀਆਂ ਉਤੋਂ ਦੀ ਗੱਡੀ ਟਪਾਤੀ, ਸਿਰਫ ਮੇਰੀ ਗੱਡੀ ਟੱਪਣ ਦਿੱਤੀ ਸੀ। ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਮੂਹਰੇ ਪੁਲਿਸ ਲੱਗ ਗਈ। ਇਹਨਾਂ ਨੂੰ ਪਤਾ ਲੱਗ ਗਿਆ ਉਹ ਧਰਨਾ ਨੇੜੇ ਹੁੰਦਾ ਕਿ ਹੁਣ ਪਤਾ ਹੀ ਆ ਵੀ ਪੰਜਾਬ ਦੇ ਪਿੰਡ 5-5 7-7 ਕਿਲੋਮੀਟਰ ਦੀ ਦੂਰੀ ਤੇ ਹੁੰਦੇ ਹਨ। ਅਸੀਂ ਉਹਨੇ ਕਿ ਜਦੋਂ ਨੂੰ ਐਂਟਰ ਹੋਇਆ ਕਰਕੇ ਪੁਲਿਸ ਉਹਨੂੰ ਮੂਹਰੇ ਅੱਗੇ ਫੋਨ ਕਰ ਦਿੰਦੀ ਸੀ ਵੀ ਗੱਡੀ ਆ ਰਹੀ ਆ ਫਲਾਣੇ ਨੰਬਰ ਦੀ। ਸੋ ਮੈਂ ਉਹ ਪੰਜਾਬ ਦੇ ਲੋਕ ਆਪਦੇ ਲਈ ਚਾਹਣਾ, ਮੇਰੇ ਪੰਜਾਬ ਦੇ ਲੋਕ ਉਹੀ ਆ। ਯਾਦ ਕਰ ਰਹੇ ਹੋ ਜ਼ਰੂਰ ਬਣਨਗੇ ਭੈਣ ਮੇਰੇ, ਮੈਨੂੰ ਜ਼ਰੂਰ ਮੇਰੇ ਪਿਓ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਜ਼ਰੂਰ ਮਿਲੂਗਾ। ਤਾਂ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਇੱਥੇ ਸਭ ਕੁਝ ਹੋਊਗਾ। ਉਹ ਇਹ ਸਿਸਟਮ ਨੂੰ ਇਨਸਾਫ ਸਾਨੂੰ ਦੇਣਾ ਪਊਗਾ। ਵੀਰੇ ਗੱਲਬਾਤ ਦੇ ਲਈ ਤੁਸੀਂ ਸਮਾਂ ਕੱਢਿਆ ਔਰ ਮੈਂ ਸ਼ਾਇਦ ਤੁਹਾਨੂੰ ਫਿਰ ਤੋਂ ਉਸ ਤਕਲੀਫ ਦੇ ਰੂਬਰੂ ਕਰ ਦਿੱਤਾ, ਪਰ ਮੈਂ ਬਹੁਤ ਮਾਫੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਜਿੱਥੇ ਤੁਹਾਨੂੰ ਚੋਣਾਂ ਦੇ ਵਿੱਚ ਲਗਾਤਾਰ ਜਗ੍ਹਾ ਦੇ ਉੱਤੇ ਕਿਸਾਨੀ ਮੋਰਚੇ ਵਾਂਗੂ ਤੁਸੀਂ ਹੁਣ ਫਿਰ ਤੋਂ ਡਟੇ ਹੋਏ ਹੋ ਲੀਡਰਾਂ ਦੀ ਕਿਸਮਤ ਚਮਕਾਉਣ ਦੇ ਲਈ, ਪਰ ਇੱਥੇ ਬਾਈਬਲ ਕਲਾਂ ਦੇ ਵਿੱਚ ਵੀਰ ਸੁਖਰਾਜ ਉਵੇਂ ਦੇ ਉਵੇਂ ਬੈਠੇ ਨੇ। ਤਕਰੀਬਨ 7 ਸਾਲ ਤੋਂ ਨਿਆਂ ਜਿਹੜਾ ਉਡੀਕ ਰਹੇ ਨੇ ਔਰ ਪਿੱਛੇ ਉਹੀ ਜਗ੍ਹਾ ਜਿੱਥੇ ਗੋਲੀकांड ਹੋਇਆ, ਗੋਲੀਆਂ ਚੱਲੀਆਂ ਸੀ ਔਰ ਇਹਨਾਂ ਦੇ ਪਿਤਾ ਸਮੇਤ ਨੇੜਲੇ ਪਿੰਡ ਦਾ ਇੱਕ ਹੋਰ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੀ। ਸੋ ਨਿਆਂ ਦੀ ਆਸ ਦੇ ਵਿੱਚ, ਲੋਕਾਂ ਦੇ ਸਾਥ ਦੀ ਆਸ ਦੇ ਵਿੱਚ ਇਹ ਵੀਰ ਬੈਠਾ ਹੋਇਆ ਹੈ। ਤੇ ਬਾਕੀ ਇਸ ਵੀਰ ਦੇ ਨਾਲ ਕਿਸ ਤਰ੍ਹਾਂ ਤੁਸੀਂ ਖੜਨਾ ਹੈ, ਇਹਨਾਂ ਨੂੰ ਜਿੱਤ ਦੇ ਨਿਆਂ ਦੇ ਰੂਬਰੂ ਕਰਨਾ ਨਹੀਂ ਕਰਨਾ, ਇਹ ਪੰਜਾਬ ਦੇ ਲੋਕਾਂ ਦੇ ਹੱਥ ਵਾਸਾ ਔਰ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਦੇ ਉੱਤੇ ਗੱਲ ਛੱਡ ਦਿੱਤੀ ਹੈ। ਇਸ ਪੇਸ਼ਕਸ਼ ਦੇ ਵਿੱਚ ਇਹ ਨਹੀਂ ਤੇ ਇਜਾਜ਼ਤ, ਸ਼ੁਕਰੀਆ।